वाहिगुरू जी का खालसा वाहिगुरू जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। किताब 1984 ਅਣਚਿਤਵਿਆ ਕਹਿਰ ਭਾਗ 8ਵਾਂ ਪੰਨਾ ਨੰਬਰ 119। ਭਾਰਤੀ ਰਾਸ਼ਟਰਵਾਦ ਤੇ ਹਿੰਦੂ ਹੰਕਾਰ ਜੋੜੇ ਭਰਾ। इस समुचे प्रतिक्रम चों यह गल साफ प्रगट होंदी है कि श्री दरबार साहिब उत्ते फौजी हमले की कार्रवाई नाल देश अंदर भारती राष्ट्रवाद नूं तकड़ा हुलारा मिलिया। जेकर यह गल ना हुंदी तां राजसी विचारधारा के लिहाज नाल एक दूजे तो बहुत ज़्यादा वखरियां अते एक दूजे नाल टकरावे मत रखण वालियां ताकतां दे प्रतिक्रम दा मुहांदरा आपस विच इस कदर मिलदा जुलदा नहीं सी हो सकदा। लाल कृष्ण अडवाणी ते हरकिशन सिंह सुरजीत दे भावां विच इन्नी सांझ नहीं सी हो सकती। इस संदर्भ विच भारत दे चोटी दे सनतकार रामनाथ गोयंका, जिसनूं इंदिरा गांधी दा कट्टड़ निंदक गिणिया जांदा सी, वल्लों प्रगटाया प्रतिक्रम खास अहमियत रखदा है। प्रसिद्ध पत्रकार वीर संघवी ने हमले दे तुरंत बाद गोयंका नाल होई अपनी मुलाकात दा वर्णन इस तरह कीता है। जून 1984 ਵਿੱਚ ਜਦੋਂ ਭਾਰਤੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਮੈਨੂੰ ਯਾਦ ਹੈ ਕਿ ਹਿੰਦੂਆਂ ਨੇ ਘਟੀਆ ਤਰੀਕੇ ਨਾਲ ਖੁਸ਼ੀ ਮਨਾਈ ਸੀ। ਉਸ ਰਾਤ ਮੈਂ ਰਾਮਨਾਥ ਗੋਇੰਕਾ ਨਾਲ ਖਾਣਾ ਖਾ ਰਿਹਾ ਸੀ। ਜਦੋਂ ਮੈਂ ਉਸ ਦੀ ਬਹੁਮੰਜ਼ਲੀ ਅਟਾਰੀ ਵਿੱਚ ਪੁੱਜਾ ਤਾਂ ਉਹ ਬਹੁਤ ਜ਼ਿਆਦਾ ਉਤਸ਼ਾਹ ਵਿੱਚ ਸੀ। ਉਸਨੇ ਕਿਹਾ, ਇਹ ਬੰਗਲਾਦੇਸ਼ ਵਾਲੀ ਜਿੱਤ ਤੋਂ ਵੀ ਵੱਡੀ ਗੱਲ ਹੋਈ ਹੈ। ਇਹ ਸ਼੍ਰੀਮਤੀ ਗਾਂਧੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਗੋਇੰਕਾ ਦੀ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਬਹੁਤੀ ਨਹੀਂ ਸੀ ਬਣਦੀ, ਇਸ ਲਈ ਮੈਂ ਉਸਦੇ ਉਤਸ਼ਾਹ ਤੋਂ ਹੈਰਾਨ ਸਾਂ। ਜਦੋਂ ਮੈਂ ਉਸ ਦੀ ਗੱਲ ਨਾਲ ਆਪਣਾ ਵਿਰੋਧ ਜਤਲਾਇਆ ਅਤੇ ਇਹ ਕਹਿਣ ਦਾ ਯਤਨ ਕੀਤਾ ਕਿ ਅਕਾਲ ਤਖਤ ਦੇ ਢੱਠ ਜਾਣ ਸਦਕਾ ਹਾਲਾਤ ਵਿਗੜ ਜਾਣਗੇ, ਤਾਂ ਗੋਇੰਕਾ ਨੇ ਕਿਹਾ ਕਿ ਤੂੰ ਤਾਂ ਬੁੱਧੂ ਹੈ, ਤੈਨੂੰ ਇੱਕ ਮਹਾਨ ਰਾਸ਼ਟਰੀ ਜਿੱਤ ਉੱਤੇ ਖੁਸ਼ ਹੋਣਾ ਚਾਹੀਦਾ ਹੈ, ਪਰ ਇਕੱਲੇ ਰਾਮਨਾਥ ਜੀ ਹੁਰਾਂ ਦਾ ਹੀ ਕਿਉਂ ਜ਼ਿਕਰ ਕਰੀਏ। ਇਹ ਵਿਚਾਰ ਕਈ ਲੋਕਾਂ ਨੇ ਪ੍ਰਗਟਾਏ ਸਨ ਅਤੇ ਦੂਰਦਰਸ਼ਨ ਹਰ ਰੋਜ਼ ਇਸ ਮਹਾਨ ਜਿੱਤ ਦੇ ਵੇਰਵੇ ਦਿੰਦਾ ਰਿਹਾ। ਦੇਸ਼ ਭਰ ਅੰਦਰ ਪ੍ਰਗਟ ਹੋਏ ਇਸ ਪ੍ਰਤੀਕਰਮ ਦੀ ਨੋਟ ਕਰਨ ਵਾਲੀ ਅਹਿਮ ਗੱਲ ਇਹ ਹੈ ਕਿ ਇਸ ਦਾ ਭਾਰੂ ਤੱਤ ਹਿੰਦੂ ਸੀ। ਹਿੰਦੂ ਵਰਗ ਨੂੰ ਛੱਡ ਕੇ ਭਾਰਤ ਦੇ ਹੋਰ ਕਿਸੇ ਧਾਰਮਿਕ ਭਾਈਚਾਰੇ ਨੇ ਇਸ ਕਾਰਵਾਈ ਦੀ ਸਮੂਹਕ ਰੂਪ ਵਿੱਚ ਹਮਾਇਤ ਨਹੀਂ ਸੀ ਕੀਤੀ। ਜੈ ਜੈਕਾਰ ਤਾਂ ਉੱਕਾ ਹੀ ਨਹੀਂ। ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਚੋਂ ਸਿਰਫ ਗਿਣਤੀ ਦੇ ਲੋਕਾਂ ਨੇ ਹੀ ਹਕੂਮਤੀ ਪੱਖ ਦੀ ਹਮਾਇਤ ਕੀਤੀ ਸੀ, ਅਤੇ ਉਹ ਵੀ ਦਿਲ ਦੀਆਂ ਗਹਿਰਾਈਆਂ ਚੋਂ ਨਹੀਂ ਬਲਕਿ ਨਿੱਜੀ ਮੁਫਾਦਾਂ ਚੋਂ ਅਤੇ ਜਾਂ ਫਿਰ ਕਿਸੇ ਰਾਜਸੀ ਮਜਬੂਰੀ ਤਹਿਤ। ਹਿੰਦੂ ਵਰਗ ਦੇ ਮਾਮਲੇ ਵਿੱਚ ਇਹ ਕੁਦਰਤੀ ਜਜ਼ਬਿਆਂ ਦਾ ਪ੍ਰਗਟਾਓ ਸੀ। ਇਹੀ ਵਜ੍ਹਾ ਸੀ ਕਿ ਬਕੌਲ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦੇਸ਼ ਅੰਦਰ ਕਿਸੇ ਇੱਕ ਵੀ ਹਿੰਦੂ ਨੇ ਇਸ ਕਾਰਵਾਈ ਉੱਤੇ ਅਫਸੋਸ ਪ੍ਰਗਟ ਨਹੀਂ ਕੀਤਾ। ਪਾਰਲੀਮੈਂਟ ਅੰਦਰ ਦੇਸ਼ ਦੇ ਕਿਸੇ ਇੱਕ ਵੀ ਰਾਜਸੀ ਦਲ ਜਾਂ ਵਿਅਕਤੀ ਦੇ ਮੂੰਹੋਂ ਸਿੱਖ ਕੌਮ ਨਾਲ ਦਿਲੀ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਸੀ ਫੁੱਟਿਆ। ਇਸ ਘਟਨਾ ਨੇ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਕਰ ਦਿਖਾਈ ਕਿ ਭਾਰਤ ਅੰਦਰ ਪ੍ਰੈਸ ਨਾਲ ਜੁੜੇ ਲੋਕਾਂ ਦੀ ਧਰਮ ਨਿਰਪੱਖਤਾ ਮੁਲੰਮੇ ਤੋਂ ਵੱਧ ਹੋਰ ਕੱਖ ਨਹੀਂ। ਭਾਰਤੀ ਮੀਡੀਏ ਦੇ ਗੁਰੂ ਘੰਟਾਲਾਂ ਦੁਆਰਾ ਧਰਮ ਨਿਰਪੱਖਤਾ ਦੀ ਜੋ ਭਕਾਈ ਮਾਰੀ ਜਾਂਦੀ ਸੀ, ਉਹ ਸ਼ੁੱਧ ਨੰਗੀ ਹਿੰਦੂ ਫਿਰਕਾ ਪ੍ਰਸਤ ਦ੍ਰਿਸ਼ਟੀ ਹੀ ਸੀ, ਜਿਸ ਨੂੰ ਹਰ ਸਿੱਖ ਚੋਂ ਖਾਲਿਸਤਾਨੀ ਅਤੇ ਹਰ ਮੁਸਲਮਾਨ ਚੋਂ ਪਾਕਿਸਤਾਨੀ ਨਜ਼ਰ ਆਉਂਦਾ ਸੀ। ਇਸ ਦ੍ਰਿਸ਼ਟੀ ਤੋਂ ਚਿਤਰੇ ਗਏ ਭਾਰਤ ਅੰਦਰ ਹਿੰਦੂ ਹੀ ਸਨ ਜੋ ਰਾਸ਼ਟਰਵਾਦ ਦੇ ਰਖਵਾਲੇ ਸਨ। ਬਾਕੀ ਸਭ ਲੋਕ ਜਾਂ ਤਾਂ ਸ਼ੱਕ ਦੇ ਦਾਇਰੇ ਵਿੱਚ ਆਉਂਦੇ ਸਨ ਅਤੇ ਜਾਂ ਫਿਰ ਸੁਦਾ ਗੱਦਾਰ ਸਨ। ਇਸ ਹਿੰਦੂ ਫਿਰਕਾ ਪ੍ਰਸਤ ਦ੍ਰਿਸ਼ਟੀ ਦੀ ਬਦੌਲਤ ਹੀ ਭਾਰਤੀ ਮੀਡੀਆ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਵਾਲੇ ਸਿੱਖਾਂ ਦੇ ਖਿਲਾਫ ਇੱਕ ਵਿਆਪਕ ਜ਼ਹਿਰੀਲੀ ਮੁਹਿੰਮ ਵਿੱਢ ਦਿੱਤੀ ਸੀ। ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ, ਉਹਨਾਂ ਦੇ ਮਜ਼ਾਕ ਉਡਾਏ ਗਏ ਅਤੇ ਉਹਨਾਂ ਨੂੰ ਗੱਦਾਰਾਂ ਦੀ ਸੰਗਿਆ ਦਿੱਤੀ ਗਈ। ਇੱਕ ਵਾਰ ਤਾਂ ਇਉਂ ਜਾਪਣ ਲੱਗ ਪਿਆ ਸੀ ਕਿ ਸਾਡੀ ਕੌਮੀ ਕਹੀ ਜਾਂਦੀ ਪ੍ਰੈਸ ਅੰਦਰ ਵਿਰੋਧ ਪ੍ਰਗਟਾਵੇ ਲਈ ਕੋਈ ਜਗ੍ਹਾ ਨਹੀਂ ਰਹੀ ਅਤੇ ਸਾਰੇ ਦੇ ਸਾਰੇ ਅਖਬਾਰ ਕਾਂਗਰਸ ਦੇ ਧੂਤੇ ਬਣ ਗਏ ਹਨ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਨਾਲ ਹਿੰਦੂ ਫਿਰਕੂਪਣੇ ਦੀਆਂ ਭਾਵਨਾਵਾਂ ਅੰਦਰ ਇੰਨਾ ਉਛਾਲ ਆ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨਾਲ ਆਪਣੇ ਦੋਸਤਾਨਾ ਸਬੰਧਾਂ ਨੂੰ ਲੈ ਕੇ ਭਾਰੀ ਦਬਾਅ ਹੇਠ ਆ ਗਈ ਸੀ ਅਤੇ ਇਸ ਦੇ ਚੋਟੀ ਦੇ ਆਗੂਆਂ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਣੀ ਨੂੰ ਦੇਸ਼ ਦੇ ਹਿੰਦੂ ਵਰਗ ਸਾਹਮਣੇ ਇੱਕ ਤਰ੍ਹਾਂ ਨਾਲ ਇਹ ਸਹੁੰ ਖਾਣੀ ਪੈ ਗਈ ਸੀ ਕਿ ਅਤੀਤ ਵਿੱਚ ਜੋ ਹੋ ਗਿਆ ਸੀ ਹੋ ਗਿਆ। ਆਗਾਮੀ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਅਕਾਲੀ ਦਲ ਨਾਲ ਕਿਸੇ ਵੀ ਕਿਸਮ ਦੀ ਕੋਈ ਸਾਂਝ ਨਹੀਂ ਰੱਖੇਗੀ। ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਰਾਮ ਜੇਠ ਮਲਾਨੀ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਰਿਹਾਈ ਲਈ ਕੀਤੀ ਗਈ ਪਟੀਸ਼ਨ ਨਾਲ ਉਸ ਦੀ ਪਾਰਟੀ ਬੀਜੇਪੀ ਅੰਦਰ ਉਸ ਦੇ ਵਿਰੁੱਧ ਐਡਾ ਤੂਫਾਨ ਉੱਠ ਖੜਾ ਹੋਇਆ ਸੀ ਕਿ ਉਸ ਨੂੰ ਦਬਾਅ ਹੇਠ ਆ ਕੇ ਪਾਰਟੀ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪੈ ਗਿਆ ਸੀ। ਇੰਦਰਾ ਸਰਕਾਰ ਦੇ ਇੱਕ ਕੇਂਦਰੀ ਮੰਤਰੀ ਪ੍ਰਣਾਬ ਮੁਖਰਜੀ ਨੇ ਕਲਕੱਤਾ ਵਿਖੇ ਪੱਤਰਕਾਰਾਂ ਸਾਹਮਣੇ ਇਹ ਤੱਥ
ਨਿਝੱਕ ਕਬੂਲ ਕੀਤਾ ਸੀ ਕਿ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਕਾਰਵਾਈ ਨਾਲ ਦੇਸ਼ ਅੰਦਰ ਹਿੰਦੂ ਹੰਕਾਰ ਨੂੰ ਤਕੜਾ ਬਲ ਮਿਲਿਆ ਸੀ। ਸੋ ਜੇਕਰ ਕਿਸੇ ਕਾਰਵਾਈ ਨਾਲ ਇੱਕੋ ਮੌਕੇ ਭਾਰਤੀ ਰਾਸ਼ਟਰਵਾਦ ਨੂੰ ਵੀ ਹੁਲਾਰਾ ਮਿਲਦਾ ਹੈ ਤੇ ਨਾਲ ਹੀ ਹਿੰਦੂ ਸ਼ਾਵਨਵਾਦ ਨੂੰ ਵੀ ਤਕੜਾਈ ਮਿਲਦੀ ਹੈ ਤਾਂ ਭਾਰਤੀ ਰਾਸ਼ਟਰਵਾਦ ਤੇ ਹਿੰਦੂ ਸ਼ਾਵਨਵਾਦ ਦੀ ਅੰਤਰੀਵ ਗੂੜੀ ਸਾਂਝ ਨੂੰ ਸਮਝਣਾ ਔਖਾ ਨਹੀਂ ਰਹਿ ਜਾਂਦਾ। ਇਸ ਤੋਂ ਇਸ ਤੱਥ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਇਹ ਦੋਨੋਂ ਵਰਤਾਰੇ ਬਹੁਤੇ ਅਲੱਗ-ਅਲੱਗ ਨਹੀਂ ਹਨ, ਸਗੋਂ ਇੱਕ ਦੂਜੇ ਦੇ ਪੂਰਕ ਹਨ। ਵਿਦੇਸ਼ੀ ਖਤਰੇ ਦੀ ਦੁਹਾਈ ਕਿੰਨੀ ਸੱਚੀ ਕਿੰਨੀ ਝੂਠੀ। ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਨੂੰ ਜ਼ਰੂਰੀ ਤੇ ਉਚਿਤ ਠਹਿਰਾਉਣ ਲਈ ਭਾਰਤ ਸਰਕਾਰ ਨੇ ਜਿਸ ਦਲੀਲ ਦੀ ਸਭ ਤੋਂ ਵੱਧ ਓਟ ਲਈ ਸੀ ਉਹ ਸੀ ਵਿਦੇਸ਼ੀ ਤਾਕਤਾਂ ਦੁਆਰਾ ਭਾਰਤ ਨੂੰ ਟੁਕੜੇ-ਟੁਕੜੇ ਕਰਨ ਦੀ ਰਚੀ ਦੱਸੀ ਗਈ ਸਾਜ਼ਿਸ਼। ਭਾਰਤੀ ਲੋਕਾਂ ਨੂੰ ਇਹ ਗੱਲ ਜਚਾਉਣ ਦੀ ਬੇਥਾਹ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਅੰਦਰ ਜੋ ਖਾੜਕੂ ਕਾਰਵਾਈਆਂ ਹੋ ਰਹੀਆਂ ਸਨ ਉਹ ਸਭ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਇਸ਼ਾਰਿਆਂ ਤੇ ਹੋ ਰਹੀਆਂ ਸਨ, ਜਿਨ੍ਹਾਂ ਦਾ ਮਕਸਦ ਭਾਰਤ ਅੰਦਰ ਵੱਡੀ ਗੜਬੜ ਪੈਦਾ ਕਰਕੇ ਇਸ ਦੀ ਇਲਾਕਾਈ ਅਖੰਡਤਾ ਨੂੰ ਭੰਗ ਕਰਨਾ ਅਰਥਾਤ ਇਸ ਨੂੰ ਖੇਰੂ ਕਰਨਾ ਸੀ। ਭਾਰਤ ਸਰਕਾਰ ਵੱਲੋਂ ਵਿਆਪਕ ਪੱਧਰ ਤੇ ਧੁਮਾਈ ਗਈ ਇਸ ਧਾਰਨਾ ਅੰਦਰ ਸੱਚਾਈ ਦਾ ਕਿੰਨਾ ਕੁ ਅੰਸ਼ ਸੀ, ਇਹ ਜਾਣਨ ਲਈ ਇਸ ਨੂੰ ਦਲੀਲ ਤੇ ਤੱਤਾਂ ਦੀ ਕਸਵੱਟੀ ਉੱਤੇ ਪਰਖਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇਸ ਮਸਲੇ ਨੂੰ ਨਿਰੋਲ ਦਲੀਲ ਦੀ ਪੱਧਰ ਤੇ ਵਿਚਾਰਦੇ ਹਾਂ। ਇਹ ਸੱਚ ਕਿਸੇ ਕੋਲੋਂ ਵੀ ਛੁਪਿਆ ਹੋਇਆ ਨਹੀਂ ਕਿ 1947 ਵਿੱਚ ਪਾਕਿਸਤਾਨ ਦੀ ਸਥਾਪਨਾ ਹੋ ਜਾਣ ਦੇ ਨਾਲ ਹੀ ਭਾਰਤ ਤੇ ਪਾਕਿਸਤਾਨ ਵਿਚਕਾਰ ਸਿਰ ਵੱਢਵੇਂ ਵੈਰ ਦਾ ਸਿਲਸਿਲਾ ਆਰੰਭ ਹੋ ਗਿਆ ਸੀ। ਪਾਕਿਸਤਾਨ ਦੀ ਸਥਾਪਨਾ ਦੋ ਕੌਮਾਂ ਦੇ ਉਸ ਸਿਧਾਂਤ ਵਿੱਚੋਂ ਹੋਈ ਸੀ ਜਿਸ ਨੂੰ ਭਾਰਤ ਦੇ ਹਿੰਦੂ ਆਗੂਆਂ ਨੇ ਕਦੇ ਵੀ ਮਨੋਂ ਪਸੰਦ ਤੇ ਕਬੂਲ ਨਹੀਂ ਸੀ ਕੀਤਾ, ਕਿਉਂਕਿ ਇਹ ਸਿਧਾਂਤ ਇੱਕੋ ਸਾਂਝੀ ਭਾਰਤੀ ਕੌਮ ਦੀ ਹਿੰਦੂਵਾਦੀ ਧਾਰਨਾ ਦਾ ਨਿਖੇਧ ਕਰਦਾ ਸੀ। ਇਸ ਕਰਕੇ ਹਿੰਦੂ ਆਗੂਆਂ ਨੇ ਦੋ ਕੌਮਾਂ ਦੇ ਸਿਧਾਂਤ ਅਤੇ ਇਸ ਵਿੱਚੋਂ ਜਨਮੇ ਰਾਜ ਪਾਕਿਸਤਾਨ ਦੇ ਵਜੂਦ ਨੂੰ ਹਮੇਸ਼ਾ ਹੀ ਸ਼ਰੀਕੇ ਤੇ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਿਆ ਹੈ। ਦੂਜੇ ਪਾਸੇ ਪਾਕਿਸਤਾਨ ਦੇ ਹਾਕਮ ਵੀ ਆਪਣੇ ਮਨਾਂ ਅੰਦਰ ਮੁੱਢ ਤੋਂ ਹੀ ਭਾਰਤ ਪ੍ਰਤੀ ਬਰਾਬਰ ਸ਼ਰੀਕੇ ਤੇ ਵੈਰ ਦੀ ਭਾਵਨਾ ਪਾਲ ਕੇ ਚੱਲਦੇ ਆ ਰਹੇ ਹਨ। ਸੰਖਿਆ ਤੇ ਆਕਾਰ ਦੇ ਲਿਹਾਜ਼ ਨਾਲ ਭਾਰਤ ਪਾਕਿਸਤਾਨ ਨਾਲੋਂ ਵੱਡੀ ਤਾਕਤ ਹੋਣ ਕਰਕੇ ਅਤੇ ਦੋਵਾਂ ਵਿਚਕਾਰ ਜੱਦੀ ਦੁਸ਼ਮਣੀ ਵਾਲਾ ਰਿਸ਼ਤਾ ਹੋਣ ਕਰਕੇ ਪਾਕਿਸਤਾਨ ਦੇ ਹਾਕਮਾਂ ਤੇ ਲੋਕਾਂ ਨੂੰ ਵੀ ਭਾਰਤ ਕੋਲੋਂ ਹਮੇਸ਼ਾ ਖਤਰਾ ਮਹਿਸੂਸ ਹੁੰਦਾ ਆਇਆ ਹੈ। ਡਰ ਅਤੇ ਅਸੁਰੱਖਿਆ ਦੇ ਇਸ ਭਾਵ ਚੋਂ ਪਾਕਿਸਤਾਨ ਦੇ ਹਾਕਮਾਂ ਨੇ ਮੁੱਢ ਤੋਂ ਹੀ ਆਪਣੀ ਸੈਨਿਕ ਸ਼ਕਤੀ ਨੂੰ ਵਧਾਉਣ ਉੱਤੇ ਬੇਮੇਚਾ ਜ਼ੋਰ ਦਿੱਤਾ ਹੈ। ਇਸ ਤਰ੍ਹਾਂ ਦੀ ਜੱਦੀ ਦੁਸ਼ਮਣੀ ਵਿੱਚ ਉਲਝੇ ਇਹ ਦੋਨੋਂ ਗੁਆਂਢੀ ਮੁਲਕ ਕੌਮਾਂਤਰੀ ਪਿੜ ਅੰਦਰ ਆਪੋ ਆਪਣੀ ਸਰਦਾਰੀ ਸਥਾਪਿਤ ਕਰਨ ਲਈ ਭਿੜ ਰਹੀਆਂ ਦੋ ਮਹਾਸ਼ਕਤੀਆਂ ਅਮਰੀਕਾ ਤੇ ਸੋਵੀਅਤ ਯੂਨੀਅਨ ਦੇ ਆਸਾਨੀ ਨਾਲ ਹੀ ਸ਼ਿਕਾਰ ਬਣ ਗਏ। ਦੋਵਾਂ ਨੇ ਆਪੋ ਆਪਣੇ ਕੌਮੀ ਰਾਜਸੀ ਹਿੱਤਾਂ ਨੂੰ ਸੂਤ ਬਹਿੰਦੀਆਂ ਕੌਮਾਂਤਰੀ ਧਿਰਾਂ ਨਾਲ ਰਾਜਸੀ ਤੇ ਸੈਨਿਕ ਯਾਰਾਨੇ ਗੰਢ ਲਏ, ਜਿਸ ਨਾਲ ਦੋਵਾਂ ਦੀ ਦੁਸ਼ਮਣੀ ਹੋਰ ਗੰਭੀਰ ਆਕਾਰ ਪਸਾਰ ਅਖਤਿਆਰ ਕਰ ਗਈ। ਦੋਵਾਂ ਵਿਚਕਾਰ ਇੱਕ ਦੂਜੇ ਨੂੰ ਰਾਜਸੀ ਤੌਰ ਤੇ ਢਾਹ ਲਾਉਣ ਤੇ ਸੈਨਿਕ ਤੌਰ ਤੇ ਪਛਾੜ ਦੇਣ ਦੀ ਮੁਕਾਬਲਾ ਦੌੜ ਸ਼ੁਰੂ ਹੋ ਗਈ। 1947 ਤੋਂ ਬਾਅਦ ਪਹਿਲੇ 25 ਸਾਲਾਂ ਦੇ ਅੰਦਰ ਹੀ ਦੋਨੋਂ ਦੇਸ਼ ਆਪਸ ਵਿੱਚ 3 ਵੱਡੀਆਂ ਸਰਹੱਦੀ ਜੰਗਾਂ ਲੜ ਚੁੱਕੇ ਹਨ। ਇਹਨਾਂ ਖੁੱਲ੍ਹੀਆਂ ਸੈਨਿਕ ਜੰਗਾਂ ਤੋਂ ਇਲਾਵਾ ਵੀ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ਵਿਰੁੱਧ ਨਿਰੰਤਰ ਕੂਟਨੀਤਕ ਜੰਗ ਲੜੀ ਜਾਂਦੀ ਰਹੀ ਹੈ। ਦੋਵਾਂ ਹੀ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਦੂਜੇ ਦੇ ਖੇਤਰਾਂ ਅੰਦਰ ਲਗਾਤਾਰ ਆਪਣੀਆਂ ਲੁਕਵੀਆਂ ਸਰਗਰਮੀਆਂ ਜਾਰੀ ਰੱਖੀਆਂ ਹਨ ਅਤੇ ਇੱਕ ਦੂਜੇ ਲਈ ਅੰਦਰੂਨੀ ਮੁਸ਼ਕਲਾਂ ਪੈਦਾ ਕਰਨ ਜਾਂ ਵਧਾਉਣ ਵਿੱਚ ਹਮੇਸ਼ਾ ਹੀ ਵੱਡੀ ਰੁਚੀ ਤੇ ਉਤਸ਼ਾਹ ਦਿਖਾਇਆ ਹੈ। ਇਹ ਬੁਨਿਆਦੀ ਸੱਚ ਦੋਵਾਂ ਹੀ ਦੇਸ਼ਾਂ ਦੇ ਹਾਕਮਾਂ ਉੱਤੇ ਬਰਾਬਰ ਲਾਗੂ ਹੁੰਦਾ ਹੈ, ਪਰੰਤੂ ਮਨੁੱਖੀ ਫਿਤਰਤ ਵਿੱਚ ਇਹ ਦੋਸ਼ ਬਹੁਤ ਹੀ ਆਮ ਪਾਇਆ ਜਾਂਦਾ ਹੈ ਕਿ ਬੰਦਾ ਜਿਹੜੀਆਂ ਗੱਲਾਂ ਕਰਕੇ ਆਪਣੇ ਦੁਸ਼ਮਣ ਨੂੰ ਬੇਹੱਦ ਬੁਰਾ ਸਮਝਦਾ ਤੇ ਨਫ਼ਰਤ ਕਰਦਾ ਹੈ, ਉਹਨਾਂ ਹੀ ਗੱਲਾਂ ਦਾ ਖੁਦ ਬਰਾਬਰ ਸ਼ਿਕਾਰ ਹੁੰਦਾ ਹੋਇਆ ਵੀ ਉਹ ਆਪਣੇ ਆਪ ਨੂੰ ਸੱਚਾ ਤੇ ਦੁੱਧ ਧੋਤਾ ਸਮਝਣ ਦਾ ਭਰਮ ਪਾਲ ਕੇ ਚੱਲਦਾ ਹੈ। ਰਾਜਾਂ ਉੱਤੇ ਇਹ ਗੱਲ ਹੋਰ ਵੀ ਵੱਧ ਲਾਗੂ ਹੁੰਦੀ ਹੈ। ਜਦੋਂ ਦੋ ਰਾਜ ਇੱਕ ਦੂਜੇ ਨਾਲ ਦੁਸ਼ਮਣੀ ਦਾ ਖੇਲ ਖੇਡ ਰਹੇ ਹੁੰਦੇ ਹਨ ਤਾਂ ਉਹ ਇੱਕ ਦੂਜੇ ਦਾ ਪੁੱਜ ਕੇ ਬੁਰਾ ਚਿਤਵ ਰਹੇ ਅਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਨਿਰੰਤਰ ਯਤਨਾਂ ਵਿੱਚ ਰੁੱਝੇ ਰਹਿੰਦੇ ਹਨ। ਦੋਨੋਂ ਇੱਕ ਦੂਜੇ ਦੇ ਖਿਲਾਫ ਲਗਾਤਾਰ ਭੈੜੀਆਂ ਸਾਜ਼ਿਸ਼ਾਂ ਰਚਦੇ ਤੇ ਇਹਨਾਂ ਨੂੰ ਅੰਜਾਮ ਦੇਣ ਦੇ ਪੁਰਜ਼ੋਰ ਯਤਨ ਕਰਦੇ ਹਨ, ਪਰੰਤੂ ਹਰ ਰਾਜ ਦਾ ਜ਼ੋਰ ਆਪਣੇ ਵਿਰੋਧੀ ਨੂੰ ਦੋਸ਼ੀ ਅਤੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ ਲੱਗਾ ਰਹਿੰਦਾ ਹੈ। ਦੋਵਾਂ ਵਿਚਕਾਰ ਇਸ ਕਿਸਮ ਦੀ ਝੂਠ ਤੇ ਨਫ਼ਰਤ ਗੁੰਨੀ ਪ੍ਰਚਾਰ ਜੰਗ ਦਾ ਅਮੁੱਕ ਸਿਲਸਿਲਾ ਚੱਲਦਾ ਰਹਿੰਦਾ ਹੈ। ਆਮ ਲੋਕ ਕਿਉਂਕਿ ਵਿਚਾਰਧਾਰਕ ਤੇ ਜਜ਼ਬਾਤੀ ਤੌਰ ਤੇ ਆਪੋ ਆਪਣੇ ਰਾਜ ਨਾਲ ਜੁੜੇ ਹੁੰਦੇ ਹਨ, ਇਸ ਕਰਕੇ ਉਹ ਇਸ ਮਨੋਵਿਗਿਆਨਕ ਯੁੱਧ ਦਾ ਆਸਾਨੀ ਨਾਲ ਬੁਰਾ ਅਸਰ ਕਬੂਲ ਕਰ ਲੈਂਦੇ ਹਨ। ਇਸ ਤਰੀਕੇ ਨਾਲ ਹਰ ਰਾਜ ਆਮ ਜਨਤਾ ਨੂੰ ਆਪਣੇ ਵਿਰੋਧੀ ਰਾਜ ਦੇ ਖਿਲਾਫ
ਸੁਖਾਲਿਆਂ ਹੀ ਲਾਮਬੰਦ ਕਰ ਲੈਂਦਾ ਹੈ। ਹਰ ਰਾਜ ਕੋਲ ਇਸ ਤਰ੍ਹਾਂ ਦਾ ਭਰਪੂਰ ਤਜਰਬਾ ਹੁੰਦਾ ਹੈ ਅਤੇ ਇਸ ਤਜਰਬੇ ਦੀ ਵਰਤੋਂ ਕਰਨ ਵਿੱਚ ਉਹ ਕਦੇ ਨਹੀਂ ਖੁੰਝਦਾ। ਭਾਰਤ ਦੇ ਹਿੰਦੂ ਹੁਕਮਰਾਨ ਵਰਗ ਨੇ ਆਪਣੇ ਇਤਿਹਾਸ ਤੇ ਮਿਥਿਹਾਸ ਦਾ ਭਾਰੀ ਲਾਭ ਉਠਾਉਂਦੇ ਹੋਏ ਇਸ ਮਾਮਲੇ ਵਿੱਚ ਤਕੜੀ ਮੁਹਾਰਤ ਹਾਸਲ ਕਰ ਲਈ ਹੋਈ ਹੈ। ਇਸ ਦਾ ਪ੍ਰਮਾਣ ਭਾਰਤ ਦੀ ਸ਼੍ਰੋਮਣੀ ਖੁਫੀਆ ਏਜੰਸੀ ਰॉ ਦੇ ਇੱਕ ਸਾਬਕਾ ਅਧਿਕਾਰੀ ਵਿਕਰਮ ਸੂਦ ਵੱਲੋਂ ਲਿਖੇ ਉਸ ਲੇਖ ਤੋਂ ਮਿਲਦਾ ਹੈ, ਜਿਹੜਾ ਕਿ ਉਸਨੇ ਅਮਰੀਕੀ ਰਾਸ਼ਟਰਪਤੀ ਜਾਰਜ W. ਬੁਸ਼ ਵੱਲੋਂ ਇਰਾਕ ਉੱਤੇ ਹਮਲਾ ਕਰਨ ਲਈ ਘੜੀ ਗਈ ਦਲੀਲ ਦੀ ਬੁਨਿਆਦੀ ਕਮਜ਼ੋਰੀ ਨੂੰ ਉਘਾੜਨ ਲਈ ਲਿਖਿਆ ਸੀ। ਉਸਨੇ ਅਮਰੀਕੀ ਪ੍ਰਸ਼ਾਸਨ ਨੂੰ ਇਹ ਮਤ ਸੁਝਾਈ ਸੀ ਕਿ ਕਿਸੇ ਸਫਲ ਮਨੋਵਿਗਿਆਨਕ ਜੰਗ ਦੀ ਅੰਤਿਮ ਪਰਖ ਇਹ ਹੁੰਦੀ ਹੈ ਕਿ ਇਹ ਲੜੀ ਜਾਂਦੀ ਪ੍ਰਤੀਤ ਨਾ ਹੋਵੇ। ਇਸ ਦੇ ਲਈ ਮਨ ਭਾਉਂਦਾ ਦਾ ਪੇਚ ਇਹ ਹੋ ਸਕਦਾ ਹੈ ਕਿ ਲੋੜੀਂਦੇ ਝੂਠ ਨੂੰ ਕਿਸੇ ਮੂਲ ਭੂਤ ਸੱਚ ਦੀ ਬੁਨਿਆਦ ਮੁਹੱਈਆ ਕਰ ਦਿੱਤੀ ਜਾਵੇ ਤਾਂ ਜੋ ਇਹ ਮੰਨਣ ਯੋਗ ਲੱਗਣ ਲੱਗ ਜਾਵੇ। ਭਾਰਤੀ ਹਾਕਮਾਂ ਨੇ ਦੁਸ਼ਮਣ ਧਿਰ ਦੇ ਖਿਲਾਫ ਆਪਣੀ ਇਸ ਮਨੋਵਿਗਿਆਨਕ ਯੁੱਧ ਕਲਾ ਦਾ ਸਿੱਖ ਸੰਘਰਸ਼ ਵਿਰੁੱਧ ਬੇਹੱਦ ਸਫਲ ਉਪਯੋਗ ਕੀਤਾ। ਬੁਨਿਆਦੀ ਸੱਚ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਨਾਂ ਨੂੰ ਜਦ ਵੀ ਮੌਕਾ ਮਿਲਿਆ ਤਾਂ ਉਹਨਾਂ ਨੇ ਇੱਕ ਦੂਜੇ ਦੀਆਂ ਅੰਦਰੂਨੀ ਮੁਸ਼ਕਲਾਂ ਦਾ ਲਾਹਾ ਲੈਣ ਤੋਂ ਉਕਾਈ ਨਹੀਂ ਕੀਤੀ। ਇਸ ਹਮਾਮ 'ਚ ਦੋਨੋਂ ਬਰਾਬਰ ਨੰਗੇ ਹਨ। ਪਾਕਿਸਤਾਨ ਨੇ 1948 ਵਿੱਚ ਜੋ ਭਾਜੀ ਕਸ਼ਮੀਰ ਅੰਦਰ ਭੇਜੀ ਸੀ, ਭਾਰਤ ਨੇ 1971 ਵਿੱਚ ਬੰਗਲਾਦੇਸ਼ ਦੀ ਸਥਾਪਨਾ ਕਰਕੇ ਉਹ ਦੂਣੀ ਮਾਤਰਾ ਵਿੱਚ ਮੋੜ ਦਿੱਤੀ ਸੀ। ਸੋ ਦੋਵਾਂ ਰਾਜਾਂ ਵਿਚਕਾਰ ਇਸ ਦਸਤੂਰ ਦੇ ਚੱਲਦਿਆਂ ਹੋਇਆਂ ਪਾਕਿਸਤਾਨ ਦੁਆਰਾ ਪੰਜਾਬ ਅਤੇ ਕਸ਼ਮੀਰ ਅੰਦਰ ਭਾਰਤ ਸਰਕਾਰ ਦੇ ਖਿਲਾਫ ਚੱਲ ਰਹੇ ਅੰਦੋਲਨਾਂ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਉਣੀ ਅਤੇ ਇਹਨਾਂ ਅੰਦੋਲਨਾਂ ਸਦਕਾ ਭਾਰਤ ਦੇ ਕਮਜ਼ੋਰ ਹੋ ਜਾਣ ਜਾਂ ਖੇਰੂ ਹੋ ਜਾਣ ਦੀ ਮਨੋਕਾਮਨਾ ਕਰਨੀ ਗੈਰ ਸੁਭਾਵਿਕ ਨਹੀਂ ਕਹੀ ਜਾ ਸਕਦੀ। ਦੁਸ਼ਮਣ ਦਾ ਘਰ ਉਜੜਦਾ ਦੇਖ ਕੇ ਕੌਣ ਖੁਸ਼ ਨਹੀਂ ਹੁੰਦਾ, ਪਰੰਤੂ ਦੁਸ਼ਮਣ ਦਾ ਘਰ ਉਜੜਦਾ ਦੇਖ ਕੇ ਖੁਸ਼ ਹੋਣਾ ਇੱਕ ਗੱਲ ਹੈ ਅਤੇ ਘਰ ਨੂੰ ਉਜਾੜਨ ਦੇ ਅਮਲ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਅਲੱਗ ਗੱਲ ਹੈ। ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬ ਅੰਦਰ ਪੈਦਾ ਹੋਈ ਸਥਿਤੀ ਪਾਕਿਸਤਾਨ ਲਈ ਬੇਹੱਦ ਖੁਸ਼ੀ ਵਾਲੀ ਗੱਲ ਸੀ, ਪਰ ਇਸ ਤੋਂ ਸਵੈ ਸਿੱਧ ਹੀ ਇਹ ਨਿਰਣਾ ਨਹੀਂ ਨਿਕਲਦਾ ਕਿ ਇਹ ਸਥਿਤੀ ਪੈਦਾ ਹੀ ਪਾਕਿਸਤਾਨ ਨੇ ਕੀਤੀ ਸੀ। ਕਸ਼ਮੀਰ 1948 ਤੇ ਪੂਰਬੀ ਪਾਕਿਸਤਾਨ 1971 ਦੇ ਮਾਮਲਿਆਂ ਵਾਂਗ ਹੀ ਪੰਜਾਬ ਅੰਦਰ ਜੋ ਹਾਲਾਤ ਪੈਦਾ ਹੋਏ ਸਨ, ਉਹਨਾਂ ਨੂੰ ਜਨਮ ਦੇਣ ਵਾਲੇ ਬੁਨਿਆਦੀ ਕਾਰਨ ਅੰਦਰੂਨੀ ਸਨ, ਨਾ ਕਿ ਬਹਿਰੂਨੀ। ਇਸ ਸੱਚਾਈ ਤੋਂ ਕੋਈ ਸਿਰੇ ਦਾ ਤਵੱਸਬੀ ਹੀ ਮੁਨਕਰ ਹੋ ਸਕੇਗਾ ਕਿ ਸਿੱਖ ਕੌਮ ਅੰਦਰ ਪੈਦਾ ਹੋਈ ਰੋਸ ਤੇ ਵਿਰੋਧ ਦੀ ਲਹਿਰ ਭਾਰਤੀ ਹਾਕਮਾਂ ਦੀਆਂ ਗਲਤ ਨੀਤੀਆਂ ਦਾ ਫਲ ਸੀ, ਨਾ ਕਿ ਪਾਕਿਸਤਾਨੀ ਹਾਕਮਾਂ ਦੀਆਂ ਬਦਨੀਤਾਂ ਦਾ। ਪਾਕਿਸਤਾਨੀ ਹਾਕਮਾਂ ਉੱਤੇ ਜੇ ਕੋਈ ਦੋਸ਼ ਲੱਗ ਸਕਦਾ ਹੈ ਤਾਂ ਉਹ ਇਹ ਕਿ ਉਹਨਾਂ ਨੇ ਪੰਜਾਬ ਅੰਦਰ ਪੈਦਾ ਹੋਈ ਸਥਿਤੀ ਦਾ ਉਸੇ ਤਰ੍ਹਾਂ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਕਿ 1971 ਵਿੱਚ ਭਾਰਤੀ ਹਾਕਮਾਂ ਨੇ ਪੂਰਬੀ ਪਾਕਿਸਤਾਨ ਅੰਦਰ ਕੀਤਾ ਸੀ। ਪਰੰਤੂ ਇਹ ਦੋਸ਼ ਸਾਬਤ ਕਰਨ ਲਈ ਠੋਸ ਸਬੂਤ ਦੇਣੇ ਜ਼ਰੂਰੀ ਹਨ, ਕਿਉਂਕਿ ਮਨ ਦੇ ਵਿੱਚ ਕਿਸੇ ਨੂੰ ਕਤਲ ਕਰਨ ਦੀ ਤਮੰਨਾ ਰੱਖਣ ਨਾਲ ਹੀ ਇਰਾਦਾ ਕਤਲ ਦਾ ਮੁਕੱਦਮਾ ਦਾਇਰ ਨਹੀਂ ਹੋ ਜਾਂਦਾ। ਜਦੋਂ ਤੱਕ ਇਸ ਇਰਾਦੇ ਨੂੰ ਅਮਲੀ ਰੂਪ ਦੇਣ ਦੀ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਉਂਦੀ, ਉਨਾ ਚਿਰ ਕਿਸੇ ਦੇ ਖਿਲਾਫ ਧਾਰਾ 307 ਨਹੀਂ ਲੱਗ ਸਕਦੀ। ਇਸ ਦ੍ਰਿਸ਼ਟੀ ਤੋਂ ਦੇਖਿਆ, ਜਿੱਥੇ ਇਸ ਗੱਲ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਭਾਰਤ ਅੰਦਰ ਸਿੱਖ ਭਾਈਚਾਰੇ ਅੰਦਰ ਪੈਦਾ ਹੋਈ ਬੇਚੈਨੀ ਪਾਕਿਸਤਾਨੀ ਹਾਕਮਾਂ ਨੂੰ ਅਤਿਅੰਤ ਖੁਸ਼ੀ ਦੇ ਰਹੀ ਸੀ ਅਤੇ ਉਹ ਇਸ ਬੇਚੈਨੀ ਦੇ ਹੋਰ ਵੱਧ ਪ੍ਰਚੰਡ ਰੂਪ ਧਾਰਨ ਕਰ ਜਾਣ ਦੀਆਂ ਦੁਆਵਾਂ ਕਰ ਰਹੇ ਸਨ, ਉੱਥੇ ਇਹ ਗੱਲ ਬੇਹੱਦ ਸ਼ੱਕੀ ਹੈ ਕਿ ਉਹ ਇਸ ਬੇਚੈਨੀ ਨੂੰ ਵਧਾਉਣ ਅਤੇ ਇਸ ਤਰ੍ਹਾਂ ਪੰਜਾਬ ਅੰਦਰ ਖਾਲਿਸਤਾਨ ਦੇ ਰੂਪ ਵਿੱਚ ਸਿੱਖਾਂ ਦਾ ਆਜ਼ਾਦ ਰਾਜ ਕਾਇਮ ਕਰਨ ਦੀ ਕਿਸੇ ਸੰਜੀਦਾ ਵਿਉਂਤ ਜਾਂ ਸਾਜ਼ਿਸ਼ ਉੱਤੇ ਅਮਲ ਕਰ ਰਹੇ ਸਨ, ਕਿਉਂਕਿ ਅਜਿਹੀ ਸਾਜ਼ਿਸ਼ ਦਾ ਠੋਸ ਅਰਥ ਇਹ ਬਣਦਾ ਸੀ ਕਿ ਉਹ ਸਿੱਖ ਜੁਝਾਰੂਆਂ ਨੂੰ ਵਿਆਪਕ ਪੈਮਾਨੇ 'ਤੇ ਹਥਿਆਰ ਮੁਹੱਈਆ ਕਰਦੇ, ਉਹਨਾਂ ਨੂੰ ਛਾਪਾਮਾਰ ਯੁੱਧ ਦੀ ਸਿਖਲਾਈ ਦਿੰਦੇ, ਪੈਸੇ ਤੇ ਹੋਰਨਾਂ ਢੰਗਾਂ ਨਾਲ ਉਹਨਾਂ ਨੂੰ ਯੋਗ ਮਾਲੀ ਇਮਦਾਦ ਮੁਹੱਈਆ ਕਰਦੇ, ਪ੍ਰਚਾਰ ਪ੍ਰਸਾਰ ਦੇ ਜ਼ਰੀਏ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਅਤੇ ਲੋੜ ਅਨੁਸਾਰ ਉਹਨਾਂ ਨੂੰ ਮਨੁੱਖੀ ਇਮਦਾਦ ਵੀ ਮੁਹੱਈਆ ਕਰਦੇ। ਜੇਕਰ ਪਾਕਿਸਤਾਨ ਦੇ ਹਾਕਮ ਸੱਚਮੁੱਚ ਹੀ ਭਾਰਤ ਨੂੰ ਟੁਕੜੇ ਕਰਨ ਦੀ ਸਾਜ਼ਿਸ਼ ਤੇ ਅਮਲ ਕਰ ਰਹੇ ਹੁੰਦੇ ਤਾਂ ਉਹਨਾਂ ਨੂੰ ਇਹ ਸਭ ਕੁਝ ਕਰਨਾ ਚਾਹੀਦਾ ਸੀ ਜਿਵੇਂ ਕਿ 1971 ਵਿੱਚ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕੀਤਾ ਸੀ ਅਤੇ ਜਾਂ ਜਿਸ ਤਰ੍ਹਾਂ ਪਾਕਿਸਤਾਨ ਅਫਗਾਨਿਸਤਾਨ ਦੇ ਮਾਮਲੇ 'ਚ ਕਰ ਰਿਹਾ ਸੀ, ਜਿੱਥੇ ਉਸ ਵੱਲੋਂ ਰੂਸੀ ਕਬਜ਼ੇ ਖਿਲਾਫ ਲੜਾਈ ਲੜ ਰਹੇ ਅਫਗਾਨੀ ਮੁਜਾਹਿਦੀਨਾਂ ਦੀ ਹਿੱਕ ਠੋਕਵੀਂ ਮਦਦ ਕੀਤੀ ਜਾ ਰਹੀ ਸੀ। ਪਾਕਿਸਤਾਨ ਅੰਦਰ ਲੱਖਾਂ ਦੀ ਗਿਣਤੀ ਵਿੱਚ ਅਫਗਾਨੀ ਸ਼ਰਨਾਰਥੀਆਂ ਦੀ ਸੇਵਾ ਸੰਭਾਲ ਤੋਂ ਲੈ ਕੇ ਪਾਕਿਸਤਾਨ ਦੇ ਫੌਜੀ ਹਾਕਮਾਂ ਵੱਲੋਂ ਹਜ਼ਾਰਾਂ ਦੀ ਸੰਖਿਆ ਵਿੱਚ ਅਫਗਾਨੀ ਮੁਜਾਹਿਦੀਨਾਂ ਨੂੰ ਜੰਗੀ ਸਿਖਲਾਈ ਦੇਣ ਅਤੇ ਉਹਨਾਂ ਨੂੰ ਵਿਆਪਕ ਪੈਮਾਨੇ 'ਤੇ ਹਥਿਆਰ ਤੇ ਹੋਰ ਜੰਗੀ ਸਾਜ਼ੋ ਸਮਾਨ ਮੁਹੱਈਆ ਕਰਨ ਵਿੱਚ ਰਤੀ ਝਿਜਕ ਨਹੀਂ ਸੀ ਦਿਖਾਈ ਜਾ ਰਹੀ।
इस बारे कोई ओला भी नहीं सी रखिया जा रहा। परंतु सिख संघर्ष के मामले विच यह गल पूरे दावे नाल कही जा सकती है कि जून 1984 तक पाकिस्तान के हाकमां वल्लों अजिहा कुछ भी नहीं सी कीता गया। भारत सरकार अजे तक अजिहा एक भी ठोस सबूत मुहैया नहीं कर सकी जिस तो यह सिद्ध हुंदा होवे कि पाकिस्तानी हाकमां ने जून 1984 तक सिख जुझारूआं नूं कोई एक भी हथियार मुहैया किया होवे, किसी एक भी सिख नौजवान नूं हथियारां दी सिखलाई दित्ती होवे अते सिख संघर्ष नूं प्रचंड करन लई दुआनी तक दी भी मदद कीती होवे। जून 1984 तक भारतीय सुरक्षा बलों ने गिरफ्तार किए गए सिख जुझारूआं नूं तसीहे देण विच कोई भी कसर नहीं सी छड्डी, परंतु वह सिख खाड़कू सरगर्मियां दे पिछे पाकिस्तानी खुफिया एजेंसियां दा हथ होण बारे कोई एक भी सबूत नहीं सन जुटा सके। कारण यह नहीं कि सिख जुझारूआं ने अजिहा भेद प्रगट करन तो चीड़ा इनकार करी रखिया सी, सगों सच यह सी कि सिख संघर्ष पिछे पाकिस्तान दा हथ होण दी धारना भारती हाकमां दी कोरी कल्पना ते नंगे झूठ तो सवा होर कुछ नहीं सी। अपनी इस कमजोरी तो भारती हाकम पूरी तरह जाणू सन, इस करके वह विदेशी खतरे का खाली ढोल जरूर कुटते रहे, परंतु इस संबंधी कोई ठोस तत्थ ते वेरवे देण तो लगातार टाला वटते रहे। उन्हां दे बयानां चों थड़कण ते थोथ साफ जाहिर हुंदी रही। मिसाल वजों टाइम्स ऑफ इंडिया विच छपी एक रिपोर्ट के मुताबक 18 जून 1983 ਨੂੰ इंदिरा गांधी ने भारत तो बाहर वियना आस्ट्रीया विखे एक पत्रकार नाल गलबात करते हुए पूरे स्पष्ट लहजे विच कहा सी कि भारत अंदर कोई वखवादी लहर नहीं चल रही, जबकि इस तो कोई 20 कुछ दिन पहला ही उसने गुरदासपुर विखे भारत नूं टुकड़े टुकड़े करन दी विदेशी साजिश की धारना का राग पूरे जोर नाल अलापिया सी। जेकर विदेशी खतरे की कहानी अंदर भोरा जिन्ना भी सच हुंदा तां भारती हाकमां नूं इस तरह दो बोलियां बोलण की जरूरत नहीं सी पैणी। राजीव गांधी ने मास्को तो वापस आके 23 जुलाई 1983 नूं भोपाल विखे प्रैस नाल गलबात करदियां अपनी मां की 3 हफ्ते पहला कही होई गल नूं कट के पूरी उच्ची सुर विच कहा सी कि खालिस्तान की वखवादी लहर के पिछे अमरीका ते पाकिस्तान दोवां दा हथ है। साफ जाहिर हुंदा है कि राजीव गांधी वल्लों यह झूठ देश के अंदर राष्ट्रीय भावनावां भड़काउण दे मंतव नाल बोलिया गया सी, परंतु उसके इस झूठ की फूक पंजाब के गवर्नर BD पांडे ने उदों कढ़ दित्ती जदों उसने यह गल प्रैस के सामने खुले रूप विच कह दित्ती सी कि उसनूं पंजाब अंदरली गड़बड़ पिछे विदेशी हथ बारे कोई निगर सबूत नज़र नहीं आउंदा। गवर्नर दे इस पाज उघाड़वें बयान के अगले ही दिन इंदिरा गांधी ने लोक सभा अंदर इस ते अपना तिखा गुस्सा प्रगटाउंदिआं कहा सी कि जेकर उस कोल कोई इस तरह की जानकारी है तो यह गल उही जाने। इंदिरा गांधी ने दरबार साहिब उत्ते हमले तो छेती बाद 13 जून 1984 नूं विरोधी पार्टियां नूं यह भरोसा दवाया सी कि सरकार पंजाब एजीटेशन बारे छेती ही वाइट पेपर जारी करेगी, जिस विच विदेशी हथ बारे सारे तत्थ सामने लिआंदे जाणगे। उसे ही दिन केंद्रीय होम सैकटरी श्री MMK वली ने प्रस्तावित वाइट पेपर की रूपरेखा बयान करदी एक संखेप रिपोर्ट जारी की सी, जिस विच यह गल साफ शब्दों में अंकित की गई सी कि पंजाब अंदर चल रही जद्दोजहद की सेध अते तुस साफ तौर पर सुतंत्र खालिस्तान की स्थापना वल सी, जिसनूं गुआंढी अते विदेशी ताकतां की पूरी हमायत हासिल सी। भिंडरावाले की अगवाई हेठले दहशतगर्द तां सिर्फ मशीन के पुरजे ही सन। जेकर फौजी कार्रवाई इन्ने जोर ते दृढ़ता नाल ना की गई हुंदी तां एजीटेशन पूरी तरह बगावत विच तब्दील हो गई हुंदी, जिसने भविख अंदर सरहदों पार की लड़ाई विच साडियां हथियारबंद फौजां नूं नकारा करके रख देना सी। विरोधी पार्टियां नाल अपनी उपरोक्त मीटिंग के 6 दिनों बाद ही इंदिरा गांधी ने BBC के नुमाइंदे नाल गलबात करन मौके इस मसले बारे एक बार फिर कांटा बदल लिया। BBC के नुमाइंदे ने जब इंदिरा गांधी कोलों पाकिस्तान द्वारा भिंडरावाले की मदद किए जाण के दोषों की पुष्टि लई ठोस सबूतों की मंग की तो इंदिरा ने यह कहंदियां होया कि अजिहे मामलिਆਂ ਦੇ कदे भी सबूत नहीं मिलिया करते, ठोस तत्थ ना होने का सच प्रवान कर लिया सी। इस दे नाल ही उसने जिहड़ी गल होर आखी वह बहुत ही अहम अर्थ रखती सी। उसका कहना सी कि अजिहे सबूत दरबार साहिब अंदरों गिरफ्तार किए गए दहशतगर्दां की पुछ पड़ताल चों ही मिल सकते हैं, जो कि अजे होनी बाकी है। मतलब साफ कि दोष पहला सबूत बाद विच।
परंतु BBC ਦੇ ਨੁਮਾਇੰਦੇ ਨੇ ਇਸ ਗੱਲ ਤੇ ਇੰਦਰਾ ਗਾਂਧੀ ਨੂੰ ਅਜਿਹਾ ਘੇਰਿਆ ਕਿ ਉਹ ਬੇਹੱਦ ਹੋਛੇ ਤੇ ਹਾਸੋਹੀਣੇ ਜਵਾਬਾਂ ਤੇ ਉੱਤਰ ਆਈ ਸੀ। BBC ਦੇ ਰਿਪੋਰਟਰ ਨੇ ਜਦੋਂ ਇਹ ਕਿਹਾ ਕਿ ਤੁਹਾਡੀਆਂ ਫੌਜਾਂ ਦੇ ਜਰਨੈਲਾਂ ਨੇ ਤਾਂ ਪਾਕਿਸਤਾਨ ਨੂੰ ਪਹਿਲਾਂ ਹੀ ਦੋਸ਼ੀ ਨਾਮਜ਼ਦ ਕਰ ਦਿੱਤਾ ਹੈ, ਜਦਕਿ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਗੱਲ ਦਹਿਸ਼ਤਗਰਦਾਂ ਦੀ ਪੁੱਛ ਪੜਤਾਲ ਤੋਂ ਹੀ ਸਾਬਤ ਹੋ ਸਕੇਗੀ, ਤਾਂ ਇੰਦਰਾ ਗਾਂਧੀ ਦਾ ਜਵਾਬ ਸੀ ਕਿ ਫੌਜੀ ਕਾਰਵਾਈ ਤੋਂ ਬਾਅਦ ਜਿਹੜੇ ਸਿੱਖ ਨੌਜਵਾਨਾਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਸਾਫ਼ ਮੰਨਿਆ ਹੈ ਕਿ ਉਹ ਪਾਕਿਸਤਾਨ TV ਦੇਖ ਕੇ ਹੀ ਸਰਹੱਦ ਪਾਰ ਕਰਨ ਲਈ ਉਤੇਜਿਤ ਹੋਏ ਸਨ। ਇਸ ਉੱਤੇ ਰਿਪੋਰਟਰ ਨੇ ਇੰਦਰਾ ਗਾਂਧੀ ਨੂੰ ਥਾਂ ਵੱਲ ਲਿਆ ਅਤੇ ਕਿਹਾ ਕਿ ਨਿਰੀ ਇੰਨੀ ਗੱਲ ਤੋਂ ਸਰਕਾਰੀ ਸਾਜ਼ਿਸ਼ ਸਾਬਤ ਨਹੀਂ ਹੋ ਜਾਂਦੀ। ਇਸ ਉੱਤੇ ਇੰਦਰਾ ਗਾਂਧੀ ਨੂੰ ਸਾਫ਼ ਤੌਰ ਤੇ ਪਿੱਛੇ ਹਟਣਾ ਪੈ ਗਿਆ ਅਤੇ ਇਹ ਕਹਿ ਕੇ ਆਪਣਾ ਪੱਲਾ ਛੁਡਾਇਆ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸਰਕਾਰੀ ਸਾਜ਼ਿਸ਼ ਹੈ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਕੁਝ ਵਿਦੇਸ਼ੀ ਤਾਕਤਾਂ ਹਨ। ਮੇਰਾ ਨਹੀਂ ਖਿਆਲ ਕਿ ਕਿਸੇ ਨੇ ਸਰਕਾਰ ਸ਼ਬਦ ਵਰਤਿਆ ਹੋਵੇ। ਰਾਜੀਵ ਗਾਂਧੀ ਨੇ ਭੋਪਾਲ ਵਿਖੇ ਵਿਦੇਸ਼ੀ ਤਾਕਤਾਂ ਦੀ ਗੱਲ ਕਰਦਿਆਂ ਹੋਇਆਂ ਅਮਰੀਕਾ ਤੇ ਪਾਕਿਸਤਾਨ ਦੋਵਾਂ ਮੁਲਕਾਂ ਦਾ ਬਕਾਇਦਾ ਨਾਂ ਲਿਆ ਸੀ। ਖੁਦ ਇੰਦਰਾ ਗਾਂਧੀ ਨੇ ਵੀ ਇੱਕ ਵਿਦੇਸ਼ੀ ਵਫਦ ਕੋਲ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਪੰਜਾਬ ਅੰਦਰਲੀ ਗੜਬੜ ਦੇ ਪਿੱਛੇ CIA ਦਾ ਵੀ ਹੱਥ ਹੋ ਸਕਦਾ ਹੈ। ਜਦ BBC ਦੀ ਰਿਪੋਰਟ ਨੇ ਇੰਦਰਾ ਗਾਂਧੀ ਨੂੰ ਵਿਦੇਸ਼ੀ ਵਫਦ ਨੂੰ ਦਿੱਤੇ ਆਪਣੇ ਉਪਰੋਕਤ ਪ੍ਰਭਾਵ ਬਾਰੇ ਠੋਸ ਵੇਰਵੇ ਦੇਣ ਲਈ ਕਿਹਾ, ਤਾਂ ਇੰਦਰਾ ਗਾਂਧੀ ਨੇ ਐਡੇ ਅਹਿਮ ਮਸਲੇ ਤੇ ਆਪਣਾ ਜੋ ਜਵਾਬ ਦਿੱਤਾ ਉਹ ਬੇਹੱਦ ਬਚਗਾਨਾ ਸੀ। ਪਹਿਲਾਂ ਤਾਂ ਉਹ ਸਾਫ਼ ਹੀ ਮੁੱਕਰ ਗਈ ਕਿ ਉਸਨੇ ਕਿਸੇ ਕੋਲ ਕੋਈ ਅਜਿਹੀ ਗੱਲ ਕਹੀ ਹੈ। ਫਿਰ ਕਹਿਣ ਲੱਗੀ ਕਿ ਮੈਂ ਜੋ ਕਿਹਾ ਸੀ ਉਹ ਇਹ ਸੀ ਕਿ CIA ਕਈਆਂ ਦੇਸ਼ਾਂ ਅੰਦਰ ਸਰਗਰਮ ਹੈ ਅਤੇ ਇਹ ਸੋਚਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਉਹ ਭਾਰਤ ਅੰਦਰ ਸਰਗਰਮ ਨਹੀਂ ਹੋਵੇਗੀ, ਪਰੰਤੂ ਇਹ ਮੈਨੂੰ ਪੂਰਾ ਨਹੀਂ ਪਤਾ ਕਿ ਉਹ ਪੰਜਾਬ ਅੰਦਰਲੀ ਗੜਬੜ ਵਿੱਚ ਭਾਗੀਦਾਰ ਹੈ ਜਾਂ ਨਹੀਂ ਹੈ। ਮੈਨੂੰ ਨਾ ਕਿਸੇ ਨੇ ਇਸ ਬਾਰੇ ਪੁੱਛਿਆ ਹੈ ਤੇ ਨਾ ਮੈਂ ਇਸ ਬਾਰੇ ਕੁਝ ਕਿਹਾ ਹੀ ਹੈ। ਕਿਸੇ ਲੋੜੀਂਦੇ ਝੂਠ ਨੂੰ ਲੋਕਾਂ ਦੇ ਸੰਘਾਂ ਹੇਠੋਂ ਲੰਘਾਉਣ ਲਈ ਉਸਨੂੰ ਕਿਸੇ ਬੁਨਿਆਦੀ ਸੱਚ ਦੀ ਬੁਨਿਆਦ ਮੁਹੱਈਆ ਕੀਤੇ ਜਾਣ ਦੇ ਜਿਸ ਹਿੰਦੂ ਮਾਰਕਾ ਗੁਰ ਦਾ ਵਿਕਰਮ ਸੂਦ ਨੇ ਹੁੱਭ ਕੇ ਜ਼ਿਕਰ ਕੀਤਾ ਹੈ। ਇੰਦਰਾ ਗਾਂਧੀ ਦੀ ਉਪਰੋਕਤ ਗੱਲਬਾਤ ਉਸ ਦੀ ਟਕਸਾਲੀ ਮਿਸਾਲ ਮੁਹੱਈਆ ਕਰਦੀ ਹੈ। ਪਾਕਿਸਤਾਨ ਦੀ ਭਾਰਤ ਨਾਲ ਦੁਸ਼ਮਣੀ ਇੱਕ ਬੁਨਿਆਦੀ ਸੱਚ ਹੈ। ਦੋਵਾਂ ਹੀ ਦੇਸ਼ਾਂ ਦੀਆਂ ਖੂਫੀਆ ਏਜੰਸੀਆਂ ਵੱਲੋਂ ਦੁਸ਼ਮਣ ਦਾ ਨੁਕਸਾਨ ਕਰਨ ਲਈ ਉਸਦੇ ਖੇਤਰ ਅੰਦਰ ਘੁਸਪੈਠ ਕਰਕੇ ਲੁਕਵੇਂ ਰੂਪਾਂ ਵਿੱਚ ਤੋੜ-ਫੋੜ ਦੀਆਂ ਕਾਰਵਾਈਆਂ ਕਰਨੀਆਂ ਇੱਕ ਬੁਨਿਆਦੀ ਸੱਚ ਹੈ। CIA ਕਈਆਂ ਦੇਸ਼ਾਂ ਅੰਦਰ ਸਰਗਰਮ ਹੈ, ਇਹ ਇੱਕ ਬੁਨਿਆਦੀ ਸੱਚ ਹੈ। ਭਾਰਤ ਸਰਕਾਰ ਜੋ ਕਰ ਰਹੀ ਸੀ ਉਹ ਇਹ ਸੀ ਕਿ ਭਾਰਤ ਵਿਰੁੱਧ ਵਿਦੇਸ਼ੀ ਤਾਕਤਾਂ ਵੱਲੋਂ ਰਚੀ ਦੱਸੀ ਜਾਂਦੀ ਸਾਜ਼ਿਸ਼ ਦੀ ਝੂਠੀ ਮੁੱਠੀ ਕਹਾਣੀ ਨੂੰ ਇਹਨਾਂ ਬੁਨਿਆਦੀ ਸੱਚਾਈਆਂ ਦੇ ਆਟੇ ਵਿੱਚ ਗੁੰਨ ਕੇ ਆਪਣੇ ਲੋਕਾਂ ਅੱਗੇ ਪਰੋਸ ਰਹੀ ਸੀ। ਭਾਰਤੀ ਮੀਡੀਆ ਇਸ ਪ੍ਰਤੀ ਭੋਜ ਵਿੱਚ ਹੁਨਰੀ ਵਰਤਾਵਿਆਂ ਦੀ ਭੂਮਿਕਾ ਪੂਰੀ ਸ਼ਰਧਾ ਤੇ ਵਫਾਦਾਰੀ ਨਾਲ ਨਿਭਾ ਰਿਹਾ ਸੀ। ਭਾਰਤ ਸਰਕਾਰ ਨੇ ਵਿਰੋਧੀ ਪਾਰਟੀਆਂ ਤੇ ਦੇਸ਼ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਵਾਈਟ ਪੇਪਰ ਵਿੱਚ ਇਸ ਮਸਲੇ ਬਾਰੇ ਠੋਸ ਤੱਥ ਤੇ ਸਬੂਤ ਮੁਹੱਈਆ ਕਰੇਗੀ, ਪਰੰਤੂ ਜਦੋਂ ਵਾਈਟ ਪੇਪਰ ਜਾਰੀ ਕੀਤਾ ਗਿਆ ਤਾਂ ਵਿਰੋਧੀ ਪਾਰਟੀਆਂ ਨੂੰ ਬਹੁਤ ਹੀ ਨਮੋਸ਼ੀ ਵਾਲੀ ਹਾਲਤ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਿਵਾਏ ਉਹੀ ਆਮ ਕਿਸਮ ਦੀ ਬਿਆਨਬਾਜ਼ੀ ਦੇ ਵਾਈਟ ਪੇਪਰ ਵਿੱਚ ਵਿਦੇਸ਼ੀ ਹੱਥ ਬਾਰੇ ਇੱਕ ਵੀ ਠੋਸ ਤੱਥ ਜਾਂ ਸਬੂਤ ਪੇਸ਼ ਨਹੀਂ ਸੀ ਕੀਤਾ ਗਿਆ। ਸਗੋਂ ਉਲਟਾ ਵਾਈਟ ਪੇਪਰ ਦੇ ਛਪਣ ਨਾਲ ਸਰਕਾਰ ਦੁਆਰਾ ਫੌਜੀ ਕਾਰਵਾਈ ਨੂੰ ਵਾਜਬ ਠਹਿਰਾਉਣ ਲਈ ਬੋਲੇ ਗਏ ਝੂਠਾਂ ਦਾ ਥੋਥ ਖੁੱਲ੍ਹ ਕੇ ਸਾਹਮਣੇ ਆ ਗਿਆ ਸੀ। ਫੌਜੀ ਕਾਰਵਾਈ ਦੇ ਤੁਰੰਤ ਪਿੱਛੋਂ ਭਾਰਤ ਸਰਕਾਰ ਵੱਲੋਂ ਇਹ ਸ਼ੁਰੀਲਾ ਪ੍ਰਚਾਰ ਕੀਤਾ ਗਿਆ ਸੀ ਕਿ ਦਰਬਾਰ ਸਾਹਿਬ ਸਮੂਹ ਅੰਦਰੋਂ ਵੱਡੀ ਗਿਣਤੀ ਵਿੱਚ ਬਰਾਮਦ ਹੋਏ ਅਤੀ ਨਵੀਨ ਹਥਿਆਰਾਂ, ਨਕਾਬਾਂ, ਨਕਲੀ ਦਾੜੀਆਂ, ਪਾਕਿਸਤਾਨੀ ਪਾਸਪੋਰਟਾਂ ਤੇ ਕਰੰਸੀ ਤੋਂ ਇਹ ਸਾਬਤ ਹੁੰਦਾ ਹੈ ਕਿ ਦਰਬਾਰ ਸਾਹਿਬ ਵਿਦੇਸ਼ੀ ਸਾਜ਼ਿਸ਼ ਦਾ ਅੱਡਾ ਬਣਿਆ ਹੋਇਆ ਸੀ। ਇਹ ਗੱਲਾਂ ਇੱਕ ਵਾਰ ਨਹੀਂ, ਰੇਡੀਓ ਤੇ ਦੂਰਦਰਸ਼ਨ ਤੋਂ ਸੈਂਕੜੇ ਵਾਰੀ ਦੁਹਰਾਈਆਂ ਗਈਆਂ ਸਨ ਅਤੇ ਲਗਭਗ ਸਭਨਾਂ ਪ੍ਰਮੁੱਖ ਅਖਬਾਰਾਂ ਨੇ ਇਸ ਸਰਕਾਰੀ ਪੱਖ ਨੂੰ ਸੁਰਖੀਆਂ ਲਾ ਕੇ ਛਾਪਿਆ ਸੀ। ਪਰੰਤੂ ਬਾਅਦ ਵਿੱਚ ਜੋ ਸੱਚਾਈ ਸਾਹਮਣੇ ਆਈ ਉਸ ਤੋਂ ਜ਼ਾਹਰ ਹੋਇਆ ਕਿ ਇਹਨਾਂ ਵਿੱਚੋਂ ਇੱਕ ਵੀ ਗੱਲ ਸਹੀ ਨਹੀਂ ਸੀ। ਹਥਿਆਰਾਂ ਵਾਲੀ ਗੱਲ ਬੇਹੱਦ ਵਧਾ ਚੜ੍ਹਾ ਕੇ ਤੇ ਵਿਗਾੜ ਕੇ ਪੇਸ਼ ਕੀਤੀ ਗਈ ਸੀ ਅਤੇ ਬਾਕੀ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਮਨੋਂ ਘੜੀਆਂ ਗਈਆਂ ਸਨ। ਜਨਰਲ ਜਗਜੀਤ ਸਿੰਘ ਅਰੋੜਾ ਨੇ ਵਾਈਟ ਪੇਪਰ ਉੱਤੇ ਆਪਣਾ ਗੁੱਸੇ ਭਰਿਆ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਇਸ ਵਿੱਚ ਹਥਿਆਰਾਂ ਦੀ ਬਾਬਤ ਕੀਤੇ ਗਏ ਦਾਅਵੇ ਦੀ ਸਾਰੀ ਫੂਕ ਕੱਢ ਕੇ ਰੱਖ ਦਿੱਤੀ ਸੀ। ਜਨਰਲ ਅਰੋੜਾ ਮੁਤਾਬਕ ਦਰਬਾਰ ਸਾਹਿਬ ਦੇ ਅੰਦਰੋਂ ਫੜੇ ਗਏ ਹਥਿਆਰਾਂ ਵਿੱਚੋਂ ਸਿਰਫ 60 ਸੈਲਫ ਲੋਡਿੰਗ ਰਾਈਫਲਾਂ ਉੱਤੇ ਵਿਦੇਸ਼ੀ ਮਾਰਕਾ ਸੀ। ਬਾਕੀ ਸਾਰੇ ਹੀ ਹਥਿਆਰ ਸਮੇਤ ਹਲਕੀਆਂ ਮਸ਼ੀਨ ਗੰਨਾਂ ਦੇ ਦੇਸੀ ਮਾਰਕੇ ਦੇ ਸਨ। ਸਿਰਫ 2 ਹੀ ਰਾਕਟ ਲਾਂਚਰ ਫੜੇ ਗਏ ਸਨ ਅਤੇ ਉਹਨਾਂ ਚੋਂ ਵੀ ਸਿਰਫ ਇੱਕ ਦੀ ਵਰਤੋਂ ਕੀਤੀ ਗਈ ਸੀ। ਇਸ ਕਰਕੇ ਨਵੀਨ ਹਥਿਆਰਾਂ ਦਾ ਜ਼ਖੀਰਾ ਫੜੇ ਜਾਣ ਵਾਲੀ ਉੱਕਾ ਹੀ ਕੋਈ ਗੱਲ ਨਹੀਂ ਸੀ।
ਸਿੱਖ ਜੁਝਾਰੂਆਂ ਨੂੰ ਵਿਦੇਸ਼ੀ ਮਾਰਕੇ ਦੀਆਂ ਸੈਲਫ ਲੋਡਿੰਗ ਰਾਈਫਲਾਂ ਕਿੱਥੋਂ ਮਿਲੀਆਂ ਸਨ। ਇਸ ਬਾਰੇ ਜਨਰਲ ਅਰੋੜਾ ਦਾ ਕਹਿਣਾ ਸੀ ਕਿ 1965 ਤੇ 1971 ਦੀ ਭਾਰਤ ਪਾਕ ਜੰਗ ਦੌਰਾਨ ਅਜਿਹੀਆਂ ਰਾਈਫਲਾਂ ਭਾਰੀ ਗਿਣਤੀ ਵਿੱਚ ਲੋਕਾਂ ਦੇ ਹੱਥਾਂ ਵਿੱਚ ਚਲੀਆਂ ਗਈਆਂ ਸਨ ਜੋ ਕਦੇ ਵੀ ਵਾਪਸ ਨਹੀਂ ਹੋਈਆਂ। ਭਾਵੇਂ ਜਨਰਲ ਅਰੋੜਾ ਜ਼ਾਹਰਾ ਕਾਰਨਾਂ ਕਰਕੇ ਇਹ ਗੱਲ ਖੁੱਲ੍ਹ ਕੇ ਨਹੀਂ ਸੀ ਕਹਿ ਸਕੇ, ਪਰ ਇਸ ਮਾਮਲੇ ਵਿੱਚ ਫੌਜੀ ਅਫਸਰਾਂ ਤੇ ਸਮਗਲਰਾਂ ਦੀ ਮਿਲੀ ਭੁਗਤ ਦਾ ਰਹੱਸ ਕਿਸੇ ਤੋਂ ਵੀ ਭੁੱਲਿਆ ਹੋਇਆ ਨਹੀਂ। ਦੱਖਣੀ ਭਾਰਤ ਤੋਂ ਛਪਦੇ ਇੱਕ ਹਫ਼ਤਾਵਾਰੀ ਰਸਾਲੇ ਦੀ ਰਿਪੋਰਟ ਵਿੱਚ ਇਹ ਸ਼ੱਕ ਪ੍ਰਗਟ ਕੀਤਾ ਗਿਆ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਲ ਇਹ ਰਾਈਫਲਾਂ ਸਿੱਧੀਆਂ ਉਹਨਾਂ ਦੇ ਭਾਰਤੀ ਫੌਜ ਅੰਦਰਲੇ ਸੂਤਰਾਂ ਨੇ ਪਹੁੰਚਾਈਆਂ ਹੋ ਸਕਦੀਆਂ ਹਨ, ਜਾਂ ਇਸ ਵਿੱਚ ਸਮਗਲਰਾਂ ਦੀ ਭੂਮਿਕਾ ਵੀ ਹੋ ਸਕਦੀ ਹੈ। ਕੁਝ ਵੀ ਹੋਵੇ, ਇਸ ਵਿੱਚ ਕਿਸੇ ਵਿਦੇਸ਼ੀ ਤਾਕਤ ਦਾ ਕੋਈ ਹੱਥ ਨਹੀਂ ਸੀ। ਜਨਰਲ ਅਰੋੜਾ ਦਾ ਇਹ ਸਾਫ਼ ਕਹਿਣਾ ਸੀ ਕਿ ਦਰਬਾਰ ਸਾਹਿਬ ਅੰਦਰੋਂ ਹਥਿਆਰਾਂ ਦੀ ਬਰਾਮਦੀ ਨੂੰ ਲੈ ਕੇ ਲੋਕਾਂ ਦੇ ਮਨਾਂ ਉੱਤੇ ਜੋ ਇਹ ਪ੍ਰਭਾਵ ਜਮਾਇਆ ਗਿਆ ਸੀ ਕਿ ਵਿਦੇਸ਼ੀ ਸਰਕਾਰਾਂ ਭਾਰਤ ਸਰਕਾਰ ਦਾ ਤਖਤਾ ਉਲਟਾਉਣ ਲਈ ਦਹਿਸ਼ਤਗਰਦਾਂ ਨੂੰ ਹਥਿਆਰ ਮੁਹੱਈਆ ਕਰ ਰਹੀਆਂ ਸਨ, ਉਹ ਸਰਾਸਰ ਝੂਠਾ ਸੀ। ਜਦ ਲੋਕ ਸਭਾ ਅੰਦਰ ਵਾਈਟ ਪੇਪਰ ਤੇ ਬਹਿਸ ਹੋਈ ਤਾਂ ਸਰਕਾਰੀ ਪੱਖ ਦੀ ਹਾਲਤ ਪੂਰੀ ਤਰ੍ਹਾਂ ਹਾਸੋਹੀਣੀ ਬਣ ਗਈ। ਇੰਦਰਾ ਗਾਂਧੀ ਨੇ ਵਿਦੇਸ਼ੀ ਤਾਕਤਾਂ ਦੇ ਹੱਥ ਬਾਰੇ ਠੋਸ ਰੂਪ ਵਿੱਚ ਗੱਲ ਕਰਨ ਦੀ ਥਾਵੇਂ ਉਰਲੀਆਂ ਪਰਲੀਆਂ ਮਾਰ ਕੇ ਬੁੱਤਾਂ ਸਾਰਨ ਦੇ ਯਤਨ ਕੀਤੇ। ਅਖੇ ਅਸੀਂ ਸਾਰੇ ਜਾਣਦੇ ਹਾਂ ਕਿ ਦੂਸਰੇ ਦੇਸ਼ਾਂ ਵਿੱਚ ਕੀ ਕੁਝ ਹੋਈ ਜਾ ਰਿਹਾ ਹੈ। ਇਸ ਮੌਕੇ ਅਸੀਂ ਸਿਰਫ ਲੱਖਣ ਹੀ ਲਾ ਸਕਦੇ ਹਾਂ, ਸਿਰਫ ਅਨੁਮਾਨ ਹੀ ਲਾ ਸਕਦੇ ਹਾਂ। ਕੋਈ ਕੀ ਕਰ ਰਿਹਾ ਹੈ ਇਸ ਬਾਰੇ ਇਸ ਮੌਕੇ ਅਸੀਂ ਕੋਈ ਸਬੂਤ ਪੇਸ਼ ਨਹੀਂ ਕਰ ਸਕਦੇ। ਜੋ ਹੋਰਨਾਂ ਮੁਲਕਾਂ ਅੰਦਰ ਹੋ ਰਿਹਾ ਹੈ, ਜੋ ਹੋਰਨਾਂ ਮੁਲਕਾਂ ਵਿੱਚ ਹੋ ਚੁੱਕਾ ਹੈ, ਅਸੀਂ ਸਿਰਫ ਉਸ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ। ਪਹਿਲਾਂ ਇੰਦਰਾ ਗਾਂਧੀ ਵਿਦੇਸ਼ੀ ਸਰਕਾਰਾਂ ਦੀ ਗੱਲ ਛੱਡ ਕੇ ਵਿਦੇਸ਼ੀ ਤਾਕਤਾਂ ਦੀ ਗੱਲ ਕਰਨ ਲੱਗ ਪਈ ਸੀ ਅਤੇ ਉਪਰੋਕਤ ਬਹਿਸ ਅੰਦਰ ਉਹ ਵਿਦੇਸ਼ੀ ਤਾਕਤਾਂ ਤੋਂ ਵਿਦੇਸ਼ੀ ਸੋਮਿਆਂ ਤੇ ਆ ਗਈ। ਕਹਿੰਦੀ ਦੇਸ਼ ਤੋਂ ਬਾਹਰ ਕੁਝ ਗਰੁੱਪ ਹਨ ਜੋ ਪੰਜਾਬ ਅੰਦਰ ਸੰਘਰਸ਼ ਦੀ ਮਦਦ ਕਰ ਰਹੇ ਹਨ। CPI ਦੇ ਇੰਦਰਜੀਤ ਗੁਪਤਾ ਨੇ ਜਦ ਇੰਦਰਾ ਗਾਂਧੀ ਕੋਲੋਂ ਇਹ ਮੰਗ ਕੀਤੀ ਕਿ ਉਹ ਭਾਰਤ ਨੂੰ ਟੁਕੜੇ-ਟੁਕੜੇ ਕਰਨ ਦੇ ਇਰਾਦੇ ਪਾਲ ਰਹੀਆਂ ਤਾਕਤਾਂ ਦਾ ਸਿੱਧਾ ਨਾਂ ਲੈ ਕੇ ਗੱਲ ਕਰੇ, ਤਾਂ ਇਸ ਦੇ ਜਵਾਬ ਵਿੱਚ ਇੰਦਰਾ ਨੇ ਜੋ ਠੋਸ ਤੱਥ ਪੇਸ਼ ਕੀਤੇ ਉਹ ਵੀ ਸੁਣ ਲਵੋ। ਕਿ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿਰੋਧ ਵਿੱਚ ਜਿਨ੍ਹਾਂ ਸਿੱਖ ਨੌਜਵਾਨਾਂ ਨੇ ਇੰਡੀਅਨ 에ਅਰਲਾਈਨਸ ਦਾ ਜਹਾਜ਼ ਅਗਵਾ ਕੀਤਾ ਸੀ, ਉਹਨਾਂ ਨੇ ਮੁਸਾਫਰਾਂ ਕੋਲੋਂ ਪੱਛਮੀ ਜਰਮਨੀ ਜਿੰਦਾਬਾਦ ਦੇ ਨਾਅਰੇ ਲਵਾਏ ਸਨ। ਕਿ ਬੱਬਰ ਖਾਲਸਾ ਦੇ ਤਲਵਿੰਦਰ ਸਿੰਘ ਨੇ ਪੱਛਮੀ ਜਰਮਨੀ ਅੰਦਰ ਸ਼ਰਨ ਲੈ ਰੱਖੀ ਹੋਈ ਸੀ। ਕਿ ਦਹਿਸ਼ਤਗਰਦਾਂ ਕੋਲੋਂ ਫੜੇ ਗਏ ਹਥਿਆਰਾਂ ਉੱਤੇ ਪਾਕਿਸਤਾਨੀ ਮਾਰਕਾ ਸੀ। ਕਿ ਅਮਰੀਕਾ ਪਾਕਿਸਤਾਨ ਨੂੰ ਹਥਿਆਰਬੰਦ ਕਰ ਰਿਹਾ ਸੀ, ਵਗੈਰਾ ਵਗੈਰਾ। ਇਸ ਬਹਿਸ 'ਚੋਂ ਇੰਦਰਾ ਗਾਂਧੀ ਦੀ ਮਾਨਸਿਕਤਾ ਤੇ ਉਸ ਦੇ ਸੋਚਣ ਦੇ ਢੰਗ ਤਰੀਕੇ ਦੀ ਸਪਸ਼ਟ ਤਸਵੀਰ ਉਘੜ ਆਉਂਦੀ ਹੈ। ਉਹ ਪਹਿਲਾਂ ਆਪਣੇ ਵਿਰੋਧੀ 'ਚੋਂ ਆਪਣਾ ਦੁਸ਼ਮਣ ਦੇਖਣਾ ਸ਼ੁਰੂ ਕਰ ਦਿੰਦੀ ਹੈ ਅਤੇ ਫਿਰ ਨਿਰੋਲ ਕਲਪਨਾ ਤੇ ਘਾੜਤ ਦੇ ਆਸਰੇ ਉਸ ਨੂੰ ਲੋਕਾਂ ਸਾਹਮਣੇ ਰਾਖਸ਼ ਬਣਾ ਕੇ ਪੇਸ਼ ਕਰਦੀ ਹੈ ਅਤੇ ਇਸ ਤਰ੍ਹਾਂ ਲੋੜੀਂਦੇ ਆਧਾਰ ਤੇ ਬਹਾਨੇ ਦਾ ਜੁਗਾੜ ਖੜਾ ਕਰ ਲੈਣ ਤੋਂ ਬਾਅਦ ਉਹ ਉਸ ਉੱਤੇ ਵਹਿਸ਼ੀ ਝਪਟ ਮਾਰਦੀ ਹੈ। ਅਜੋਕੇ ਇਤਿਹਾਸ ਅੰਦਰ ਦੁਨੀਆ ਦੇ ਹਰ ਜ਼ਾਲਮ ਹਾਕਮ ਨੇ ਇਹੀ ਦਸਤੂਰ ਅਪਣਾਇਆ ਹੈ। ਗੱਲ ਸਿਰਫ ਇੰਨੀ ਨਹੀਂ ਕਿ ਪਾਕਿਸਤਾਨ ਦੁਆਰਾ ਸਿੱਖ ਸੰਘਰਸ਼ ਨੂੰ ਦਿੱਤੀ ਜਾ ਰਹੀ ਮਦਦ ਬਾਰੇ ਭਾਰਤ ਸਰਕਾਰ ਕੋਲ ਕੋਈ ਵੀ ਠੋਸ ਸਬੂਤ ਨਹੀਂ ਸੀ। ਇੰਨੀ ਹੀ ਅਹਿਮ ਗੱਲ ਇਹ ਵੀ ਹੈ ਕਿ ਅਜਿਹੇ ਕਿੰਨੇ ਹੀ ਠੋਸ ਤੱਥ ਭੁਗਤਾਏ ਜਾ ਸਕਦੇ ਹਨ ਜੋ ਇਹ ਗੱਲ ਸਾਬਤ ਕਰਦੇ ਹਨ ਕਿ ਜੂਨ 1984 ਤੱਕ ਪਾਕਿਸਤਾਨੀ ਹਾਕਮ ਸਿੱਖ ਸੰਘਰਸ਼ ਦੀ ਕਿਸੇ ਵੀ ਰੂਪ ਵਿੱਚ ਮਦਦ ਕਰਨ ਤੋਂ ਲਗਾਤਾਰ ਝਿਜਕ ਦਿਖਾਉਂਦੇ ਰਹੇ ਸਨ। ਉਦਾਹਰਣ ਵਜੋਂ ਜਦ ਵੀ ਸਿੱਖ ਜੁਝਾਰੂਆਂ ਨੇ ਕਿਸੇ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਸੁਰੱਖਿਅਤ ਪਨਾਹ ਹਾਸਲ ਕਰਨ ਦੀ ਉਮੀਦ ਨਾਲ ਪਾਕਿਸਤਾਨ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨੀ ਹਾਕਮਾਂ ਨੇ ਇਸ ਪ੍ਰਤੀ ਜੋ ਰਵੱਈਆ ਪ੍ਰਗਟਾਇਆ ਉਹ ਕਿਸੇ ਵੀ ਦ੍ਰਿਸ਼ਟੀ ਤੋਂ ਸਹਿਯੋਗ ਤੇ ਹੱਲਾਸ਼ੇਰੀ ਵਾਲਾ ਨਹੀਂ ਸੀ। ਜਹਾਜ਼ ਅਗਵਾ ਦੀਆਂ ਕੁੱਲ 3 ਘਟਨਾਵਾਂ ਹੋਈਆਂ। ਤਿੰਨੋਂ ਵਾਰੀ ਪਾਕਿਸਤਾਨੀ ਹਾਕਮਾਂ ਨੇ ਅਗਵਾਕਾਰਾਂ ਦੀ ਮਦਦ ਕਰਨ ਤੋਂ ਪ੍ਰਗਟ ਰੂਪ ਵਿੱਚ ਰੁੱਖਾ ਇਨਕਾਰ ਕੀਤਾ। 2 ਮੌਕਿਆਂ ਤੇ ਉਹਨਾਂ ਭਾਰੀ ਟਾਲ ਮਟੋਲ ਕਰਨ ਤੋਂ ਬਾਅਦ ਅਖੀਰ ਵਿੱਚ ਅਣਸਰਦੇ ਨੂੰ ਜਹਾਜ਼ਾਂ ਨੂੰ ਲਾਹੌਰ ਦੇ ਹਵਾਈ ਅੱਡੇ ਤੇ ਉਤਰਨ ਦੀ ਇਜਾਜ਼ਤ ਜ਼ਰੂਰ ਦੇ ਦਿੱਤੀ, ਪਰੰਤੂ ਦੋਨੋਂ ਹੀ ਮੌਕਿਆਂ ਤੇ ਉਹਨਾਂ ਨਾ ਸਿਰਫ ਅਗਵਾਕਾਰਾਂ ਨੂੰ ਸਹਿਯੋਗ ਦੇਣ ਤੋਂ ਨਾ ਕਰ ਦਿੱਤੀ ਸੀ, ਸਗੋਂ ਦੋਨੋਂ ਹੀ ਵਾਰੀ ਅਗਵਾਕਾਰਾਂ ਨੂੰ ਚਕਮਾ ਦੇ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਫੌਰੀ ਜੇਲ੍ਹਾਂ ਅੰਦਰ ਤਾੜ ਦਿੱਤਾ ਗਿਆ। ਕਈ ਸਾਲ ਬਿਨਾਂ ਮੁਕੱਦਮੇ ਚਲਾਏ ਜੇਲ੍ਹਾਂ ਵਿੱਚ ਰੱਖਣ ਤੋਂ ਬਾਅਦ ਉਹਨਾਂ ਉੱਤੇ ਸਪੈਸ਼ਲ ਅਦਾਲਤਾਂ ਵਿੱਚ ਮੁਕੱਦਮੇ ਚਲਾਏ ਗਏ ਅਤੇ ਸਜ਼ਾਵਾਂ ਦੇ ਕੇ ਲੰਮਾ ਚਿਰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ।
ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਵੀ ਜੁਲਾਈ 1984 ਵਿੱਚ ਜਦ ਸਿੱਖ ਜੁਝਾਰੂ ਇੱਕ ਭਾਰਤੀ ਜਹਾਜ਼ ਅਗਵਾ ਕਰਕੇ ਲਾਹੌਰ ਅੱਪੜੇ ਤਾਂ ਪਾਕਿਸਤਾਨੀ ਅਧਿਕਾਰੀ ਉਹਨਾਂ ਨਾਲ ਬੇਰੁਖੀ ਨਾਲ ਪੇਸ਼ ਆਏ ਸਨ, ਜਦੋਂ ਕਿ ਭਾਰਤੀ ਮੁਸਾਫਰਾਂ ਦੀ ਉਹਨਾਂ ਨੇ ਪੂਰੀ ਖਾਤਰਦਾਰੀ ਕੀਤੀ ਸੀ, ਇੱਥੋਂ ਤੱਕ ਕਿ ਉਹਨਾਂ ਨੂੰ ਲਾਹੌਰ ਦੀ ਸੈਰ ਵੀ ਕਰਵਾਈ ਸੀ। ਪਾਕਿਸਤਾਨੀ ਹਾਕਮ ਜੇਕਰ ਸਿੱਖ ਸੰਘਰਸ਼ ਦੀ ਸੱਚਮੁੱਚ ਹੀ ਮਦਦ ਕਰ ਰਹੇ ਹੁੰਦੇ ਜਾਂ ਮਦਦ ਕਰਨ ਦੀ ਤਮੰਨਾ ਰੱਖਦੇ ਹੁੰਦੇ ਤਾਂ ਉਹਨਾਂ ਨੇ ਅਗਵਾਕਾਰਾਂ ਦੀ ਉਸੇ ਤਰ੍ਹਾਂ ਗਰਮਜੋਸ਼ੀ ਨਾਲ ਮਦਦ ਕੀਤੀ ਹੁੰਦੀ ਜਿਸ ਤਰ੍ਹਾਂ ਕਿ ਦਸੰਬਰ 1999 ਵਿੱਚ ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਕਸ਼ਮੀਰੀ ਅਗਵਾਕਾਰਾਂ ਦੀ ਕੀਤੀ ਸੀ, ਜਦ ਉਹ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਕੰਧਾਰ ਦੇ ਹਵਾਈ ਅੱਡੇ ਤੇ ਜਾ ਉਤਰੇ ਸਨ ਅਤੇ ਭਾਰਤ ਅੰਦਰ ਬੰਦੀ ਬਣਾਏ ਆਪਣੇ ਇੱਕ ਅਹਿਮ ਆਗੂ ਨੂੰ ਪੂਰੀ ਸ਼ਾਨ ਨਾਲ ਰਿਹਾ ਕਰਵਾਉਣ ਵਿੱਚ ਸਫਲ ਹੋ ਨਿਬੜੇ ਸਨ। ਦੂਜਾ ਇਸ ਨਾਲੋਂ ਵੀ ਅਹਿਮ ਤੱਥ ਇਹ ਹੈ ਕਿ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਜਦ ਸਰਹੱਦੀ ਖੇਤਰ ਦੇ ਸਿੱਖ ਨੌਜਵਾਨ ਇਸ ਉਮੀਦ ਨਾਲ ਸਰਹੱਦ ਪਾਰ ਕਰ ਗਏ ਸਨ ਕਿ ਪਾਕਿਸਤਾਨੀ ਹਾਕਮ ਉਹਨਾਂ ਦੀ ਉਸੇ ਤਰ੍ਹਾਂ ਹੀ ਨਿੱਘੀ ਆਓ ਭਗਤ ਕਰਨਗੇ ਜਿਸ ਤਰ੍ਹਾਂ 1971 ਵਿੱਚ ਭਾਰਤੀ ਹਾਕਮਾਂ ਨੇ ਬੰਗਲਾਦੇਸ਼ੀਆਂ ਦੀ ਕੀਤੀ ਸੀ ਜਾਂ ਜਿਵੇਂ ਪਾਕਿਸਤਾਨੀ ਹਾਕਮ ਉਹਨਾਂ ਦਿਨਾਂ ਵਿੱਚ ਅਫਗਾਨੀਆਂ ਦੀ ਕਰ ਰਹੇ ਸਨ। ਪਰੰਤੂ ਪਾਕਿਸਤਾਨੀ ਅਧਿਕਾਰੀਆਂ ਦਾ ਸਰਹੱਦ ਪਾਰ ਕਰਨ ਵਾਲੇ ਆਮ ਸਿੱਖ ਨੌਜਵਾਨਾਂ ਪ੍ਰਤੀ ਰਵੱਈਆ ਨਾ ਉਨਾ ਨਿੱਘਾ ਸਾਬਤ ਹੋਇਆ ਅਤੇ ਨਾ ਮਿਲਾਪੜਾ। ਉਹਨਾਂ ਨੇ ਗਿਣਤੀ ਦੇ ਆਗੂਆਂ ਨੂੰ ਛੱਡ ਕੇ ਬਾਕੀ ਦੇ ਆਮ ਸਿੱਖ ਨੌਜਵਾਨਾਂ ਨੂੰ ਜਿਵੇਂ ਸਜ਼ਾ ਯਾਫਤਾ ਕੈਦੀਆਂ ਵਾਂਗੂ ਜੇਲ੍ਹਾਂ ਵਿੱਚ ਡੱਕ ਦਿੱਤਾ ਸੀ ਅਤੇ ਫਿਰ ਜੇਲ੍ਹਾਂ ਵਿੱਚ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਜੋ ਸਖਤੀਆਂ ਤੇ ਵਧੀਕੀਆਂ ਕੀਤੀਆਂ ਗਈਆਂ ਉਸ ਦਾ ਸ਼ਿਕਾਰ ਹੋਏ ਇੱਕ ਸਿੱਖ ਨੌਜਵਾਨ ਨੇ ਆਪਣੀ ਹੱਡਬੀਤੀ ਬਿਆਨ ਕਰਦੀ ਇੱਕ ਲਿਖਤ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਵਰਣਨ ਕੀਤਾ ਹੈ। ਜਸਵੰਤ ਸਿੰਘ ਆਜ਼ਾਦ ਦੇ ਲਿਖਣ ਮੁਤਾਬਕ ਜੇਲ੍ਹ ਅਧਿਕਾਰੀਆਂ ਦੇ ਭੈੜੇ ਵਤੀਰੇ ਤੋਂ ਨੱਕੋ ਨੱਕ ਹੋਏ ਸਿੱਖ ਨੌਜਵਾਨਾਂ ਨੇ ਫੈਸਲਾਬਾਦ ਦੀ ਜੇਲ੍ਹ ਵਿੱਚੋਂ ਭੱਜ ਜਾਣ ਦੀ ਇੱਕ ਅਸਫਲ ਕੋਸ਼ਿਸ਼ ਕੀਤੀ ਸੀ, ਜਿਸ ਬਦਲੇ ਉਹਨਾਂ ਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ। ਕਈਆਂ ਦੀਆਂ ਤਾਂ ਹੱਡੀਆਂ ਪਸਲੀਆਂ ਤੋੜ ਦਿੱਤੀਆਂ ਗਈਆਂ ਸਨ। ਜੇਲ੍ਹ ਅਧਿਕਾਰੀਆਂ ਦੀਆਂ ਵਧੀਕੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸਿੱਖ ਨੌਜਵਾਨਾਂ ਨੂੰ ਲੰਮੀਆਂ ਭੁੱਖ ਹੜਤਾਲਾਂ ਕਰਨੀਆਂ ਪੈ ਗਈਆਂ ਸਨ। ਪਾਕਿਸਤਾਨ ਹਾਕਮਾਂ ਦੇ ਸਮੁੱਚੇ ਵਤੀਰੇ ਤੋਂ ਇਹ ਗੱਲ ਸਾਫ਼ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਪੰਜਾਬ ਅੰਦਰ ਵਾਪਰੇ ਘਟਨਾਕ੍ਰਮ ਤੇ ਚਿੱਤੋਂ ਖੁਸ਼ ਜ਼ਰੂਰ ਹੋਏ ਸਨ। ਉਹ ਖਾਲਿਸਤਾਨ ਬਣਨ ਦੀ ਮਨ ਵਿੱਚ ਤਮੰਨਾ ਤੇ ਕਾਮਨਾ ਵੀ ਰੱਖਦੇ ਸਨ, ਪਰੰਤੂ ਕੋਈ ਗੱਲ ਸੀ ਜੋ ਉਹਨਾਂ ਨੂੰ ਸਿੱਖ ਸੰਘਰਸ਼ ਦੀ ਨਿੱਤਰ ਕੇ ਮਦਦ ਕਰਨ ਤੋਂ ਹਟਕ ਰਹੀ ਸੀ। ਉਹ ਗੱਲ ਕੀ ਸੀ? ਇਸ ਸਵਾਲ ਨੂੰ ਬੁੱਝਣਾ ਭਾਰੀ ਅਹਿਮੀਅਤ ਰੱਖਦਾ ਹੈ। ਸਭ ਨਾਲੋਂ ਪਹਿਲੀ ਤੇ ਅਹਿਮ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਦੇ ਹਾਕਮਾਂ ਨੂੰ ਸਿੱਖ ਕੌਮ ਦੀ ਆਜ਼ਾਦੀ ਨਾਲ ਕੋਈ ਦਿਲੀ ਮੁਹੱਬਤ ਨਹੀਂ ਸੀ। ਸਿੱਖ ਕੌਮ ਦੇ ਆਜ਼ਾਦੀ ਦੇ ਸੰਘਰਸ਼ ਪ੍ਰਤੀ ਉਹਨਾਂ ਦੇ ਮਨਾਂ ਅੰਦਰ ਜੇਕਰ ਹਮਦਰਦੀ ਦਾ ਕੋਈ ਜਜ਼ਬਾ ਹੈ ਵੀ ਸੀ ਤਾਂ ਉਸ ਦਾ ਆਧਾਰ ਸਕਾਰਾਤਮਕ ਸਿੱਖਾਂ ਨਾਲ ਪਿਆਰ ਨਹੀਂ, ਨਕਾਰਾਤਮਕ ਭਾਰਤ ਨਾਲ ਦੁਸ਼ਮਣੀ ਸੀ। ਉਹਨਾਂ ਦਾ ਮੁੱਖ ਸਰੋਕਾਰ ਆਪਣੇ ਦੁਸ਼ਮਣ ਨੂੰ ਸੱਟ ਮਾਰਨਾ ਸੀ, ਪਰੰਤੂ ਇਹ ਮਾਮਲਾ ਇੰਨਾ ਸੌਖਾ ਤੇ ਸਿੱਧਾ ਨਹੀਂ ਸੀ। ਪਾਕਿਸਤਾਨੀ ਹਾਕਮਾਂ ਕੋਲੋਂ ਇਹ ਗੱਲ ਭੁੱਲੀ ਹੋਈ ਨਹੀਂ ਸੀ ਕਿ ਭਾਰਤੀ ਰਾਜ ਵਿਰੁੱਧ ਸਿੱਖ ਕੌਮ ਦੀ ਹਥਿਆਰਬੰਦ ਬਗਾਵਤ ਦੀ ਹਮਾਇਤ ਕਰਨ ਦਾ ਮਤਲਬ ਵੱਡੇ ਖਤਰਿਆਂ ਤੇ ਮੁਸੀਬਤਾਂ ਨੂੰ ਸੱਦਾ ਦੇਣਾ ਸੀ। ਨੰਬਰ 1, ਇਸ ਗੱਲ ਵਿੱਚ ਭੋਰਾ ਵੀ ਸੰਦੇਹ ਨਹੀਂ ਕਿ ਪਾਕਿਸਤਾਨ ਦੀ ਅਜਿਹੀ ਕਿਸੇ ਵੀ ਹਰਕਤ ਨੂੰ ਭਾਰਤ ਸਰਕਾਰ ਨੇ ਪੂਰੀ ਗੰਭੀਰਤਾ ਨਾਲ ਲੈਣਾ ਸੀ। ਕੋਈ ਵੀ ਰਾਜ ਹੋਵੇ, ਉਹ ਆਪਣੀ ਇਲਾਕਾਈ ਅਖੰਡਤਾ ਦਾ ਸੱਤ ਭੰਗ ਹੁੰਦਾ ਦੇਖ ਜਰ ਨਹੀਂ ਸਕਦਾ। ਉਹ ਆਪਣੀ ਪੂਰੀ ਤਾਕਤ ਤੇ ਸਮਰੱਥਾ ਨਾਲ ਜਵਾਬੀ ਕਾਰਵਾਈ ਕਰਦਾ ਹੈ। ਪਾਕਿਸਤਾਨੀ ਹਾਕਮਾਂ ਨੇ ਭਾਰਤ ਨਾਲ ਲੜੀਆਂ ਗਈਆਂ 3 ਜੰਗਾਂ 'ਚੋਂ ਆਪਣੇ ਦੁਸ਼ਮਣ ਦੀ ਫੌਜੀ ਤਾਕਤ ਦਾ ਪੂਰਾ ਅਨੁਮਾਨ ਲਾ ਲਿਆ ਹੋਇਆ ਸੀ। ਨਾਲੇ ਅਜੋਕੇ ਸੰਸਾਰ ਅੰਦਰ ਜਿੱਥੇ ਰਾਜਾਂ ਦੇ ਅੰਤਰ ਸੰਬੰਧਾਂ ਦੀਆਂ ਤਣੀਆਂ ਦੂਰ ਤੱਕ ਵਿਛੀਆਂ ਹੁੰਦੀਆਂ ਹਨ, ਅਜਿਹਾ ਮਾਮਲਾ ਸਿਰਫ 2 ਰਾਜਾਂ ਤੱਕ ਸੀਮਿਤ ਨਹੀਂ ਰਹਿੰਦਾ। ਇਹ ਅਟੱਲ ਰੂਪ ਵਿੱਚ ਕੌਮਾਂਤਰੀ ਆਕਾਰ ਪਾਸਾਰ ਅਖਤਿਆਰ ਕਰ ਜਾਂਦਾ ਹੈ। ਇਸ ਕਰਕੇ ਪਾਕਿਸਤਾਨੀ ਹਾਕਮਾਂ ਨੇ ਅਜਿਹਾ ਕੋਈ ਵੀ ਪੰਗਾ ਲੈਣ ਤੋਂ ਪਹਿਲਾਂ ਸੁਭਾਵਕ ਹੀ ਲਾਜ਼ਮੀ 100 ਵਾਰ ਸੋਚਣਾ ਸੀ। ਉਹ ਆਪਣੇ ਕੌਮਾਂਤਰੀ ਸੰਘੀਆਂ ਵੱਲੋਂ ਖਾਸ ਤੌਰ ਤੇ ਅਮਰੀਕਾ ਵੱਲੋਂ ਅਡੋਲ ਹਮਾਇਤ ਦਾ ਭਰੋਸਾ ਮਿਲਣ ਤੇ ਹੀ ਅਜਿਹੀ ਮਾਰਕੇਬਾਜ਼ੀ ਲਈ ਤਿਆਰ ਹੋ ਸਕਦੇ ਸਨ। ਪਰੰਤੂ ਉਸ ਵਿਸ਼ੇਸ਼ ਮੌਕੇ ਭਾਰਤ ਵਿਰੁੱਧ ਅਜਿਹਾ ਜੰਗੀ ਮੋਰਚਾ ਖੋਲ੍ਹਣਾ ਅਮਰੀਕਾ ਦੀ ਕਿਸੇ ਵੀ ਰਾਜਸੀ ਸੈਨਿਕ ਰਣਨੀਤੀ ਦੇ ਮੇਚ ਨਹੀਂ ਸੀ ਬੈਠਦਾ। ਇੱਕ ਤਾਂ ਸਿੱਖਾਂ ਵਰਗੇ ਗਿਣਤੀ ਪੱਖੋਂ ਛੋਟੇ ਜਿਹੇ ਅਤੇ ਰਾਜਸੀ ਅਹਿਮੀਅਤ ਪੱਖੋਂ ਨਿਗੂਣੇ ਭਾਈਚਾਰੇ ਲਈ ਭਾਰਤ ਵਰਗੇ ਵਿਸ਼ਾਲ ਦੇਸ਼ ਨਾਲ ਰਿਸ਼ਤਿਆਂ ਅੰਦਰ
इस हद तक विगाड़ पैदा कर लेना अमरीका की कोई भी राजसी लोड़ ਜਾਂ मजबूरी नहीं सी बनी हुई, क्योंकि बावजूद इस तत्थ ਦੇ कि कौमांतरी राजनीति ਤੇ ਰਿਸ਼ਤਿਆਂ ਦੇ ਮਾਮਲੇ ਵਿੱਚ ਇੰਦਰਾ ਗਾਂਧੀ ਸੋਵੀਅਤ ਯੂਨੀਅਨ ਵੱਲ ਵਧੇਰੇ ਝੁਕਾਅ ਰੱਖਦੀ ਸੀ, ਭਾਰਤ ਅੰਦਰ ਅਮਰੀਕਾ ਦੇ ਆਰਥਿਕ ਹਿੱਤਾਂ ਉੱਤੇ ਕੋਈ ਵੱਡੀ ਆਂਚ ਨਹੀਂ ਸੀ ਆ ਰਹੀ ਅਤੇ ਕੌਮਾਂਤਰੀ ਖੇਤਰ ਵਿੱਚ ਵੀ ਭਾਰਤ ਸਰਕਾਰ ਅਮਰੀਕਾ ਦੇ ਖਿਲਾਫ ਕੋਈ ਖੁੱਲ੍ਹਮ ਖੁੱਲ੍ਹਾ ਤੇ ਵੱਧ ਚੱਕਵਾਂ ਪੈਂਤੜਾ ਲੈਣ ਤੋਂ ਸੁਚੇਤ ਰੂਪ ਵਿੱਚ ਸੰਕੋਚ ਵਰਤ ਰਹੀ ਸੀ। इस करके अमरीका के सामने अपने हितों की रक्षा करने लई भारत विरुद्ध इन्ना भड़काहट भरिया कदम उठाउण की नौबत पैदा नहीं सी हुई। दूजा, उस मौके अमरीका दे ते नाल ही पाकिस्तान दे भी ध्यान का केंद्र बिंदु अफगानिस्तान बनया होया सी, जिथे उन्होंने सोवियत यूनीयन नूं खदेड़ के बाहर सुट देण लई अपना सब कुछ दाਅ ते ला दिता होया सी। अजिहे मौके भारत विरुद्ध नवां मोर्चा खोलना सैनिक दृष्टि तो भी मुनासिब नहीं सी। तीजी गल, जून 1984 तक पाकिस्तानी हाकमां नूं सिख संघर्ष विच एडी जान दिखाई नहीं सी दिंदी जिस विचों खालिस्तान की स्थापना की कोई अमली संभावना नज़र पै सकदी। सिख भाईचारा भारत नाल इन्नी गूढ़ी तरह एकमिक हो चुका सी कि भारती राज विरुद्ध वड्डे रोसां ते शिकविਆਂ ਦੇ बावजूद इस नालों पूरी तरह नाल अलग हो जाण दे विचार ते भावनावां नूं सिख कौम अंदरों कोई बहुत वड्डा ते उत्साह भरिया हुंगारा नहीं सी मिल रहा। ਭਾਰਤ ਨਾਲੋਂ ਵੱਖਰੇ ਹੋਣ ਦਾ ਵਿਚਾਰ ਸਿੱਖ ਪੰਥ ਅੰਦਰਲੇ ਇੱਕ ਛੋਟੇ ਜਿਹੇ ਵਰਗ ਨੂੰ ਹੀ ਟੁੰਬ ਰਿਹਾ ਸੀ। ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਤੋਂ ਬਾਅਦ ਜ਼ਰੂਰ ਸਥਿਤੀ ਅੰਦਰ ਇਸ ਪੱਖ ਤੋਂ ਭਾਰੀ ਬਦਲਾਅ ਆ ਗਿਆ ਸੀ, ਪਰੰਤੂ ਹਮਲੇ ਤੋਂ ਪਹਿਲਾਂ ਜਦ ਖਾਲਿਸਤਾਨ ਦੀ ਖੁੱਲ੍ਹੀ ਵਕਾਲਤ ਕਰਨ ਵਾਲੇ ਸਿੱਖ ਹਲਕਿਆਂ ਦੀ ਪੰਥ ਅੰਦਰ ਵੀ ਬਹੁਤੀ ਪੁੱਛ ਪ੍ਰਤੀਤ ਨਹੀਂ ਸੀ ਹੋ ਰਹੀ। ਪਾਕਿਸਤਾਨ ਦੁਆਰਾ ਇੰਨੀ ਕਮਜ਼ੋਰ ਧਿਰ ਦੀ ਨੰਗੀ ਹਮਾਇਤ ਵਿੱਚ ਨਿੱਤਰ ਆਉਣ ਦੀ ਕੋਈ ਵੀ ਵਜ੍ਹਾ ਨਹੀਂ ਸੀ ਬਣਦੀ। ਅਖੀਰ ਵਿੱਚ ਇੱਕ ਗੱਲ ਇਹ ਵੀ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਇਤਿਹਾਸਕ ਦੁਸ਼ਮਣੀ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਕਿਸਤਾਨ ਦੁਆਰਾ ਸਿੱਖ ਸੰਘਰਸ਼ ਦੀ ਹਮਾਇਤ ਕਰਨਾ ਉਸ ਕਦਰ ਸੁਭਾਵਿਕ ਨਹੀਂ ਸੀ ਬਣਦਾ ਜਿੰਨਾ ਆਪਣੇ ਕਿਸੇ ਹਮ ਮਜ਼ਹਬ ਵਰਗ ਜਿਵੇਂ ਕਿ ਅਫਗਾਨੀਆਂ ਤੇ ਕਸ਼ਮੀਰੀਆਂ ਦੀ ਹਮਾਇਤ ਕਰਨਾ ਬਣਦਾ ਸੀ। ਸਿੱਖ ਸੰਘਰਸ਼ ਦੀ ਹਮਾਇਤ ਦਾ ਆਧਾਰ ਨਿਰੋਲ ਰਾਜਸੀ ਹੋ ਸਕਦਾ ਸੀ ਅਤੇ ਜਿਵੇਂ ਕਿ ਉੱਪਰ ਦਰਸਾਇਆ ਗਿਆ ਹੈ, ਉਸ ਮੌਕੇ ਦੀਆਂ ਰਾਜਸੀ ਹਾਲਤਾਂ ਪਾਕਿਸਤਾਨੀ ਹਾਕਮਾਂ ਨੂੰ ਸਿੱਖ ਸੰਘਰਸ਼ ਦੀ ਗਰਮਜੋਸ਼ੀ ਨਾਲ ਹਮਾਇਤ ਕਰਨ ਲਈ ਉਤਸ਼ਾਹਿਤ ਨਹੀਂ ਸੀ ਕਰਦੀਆਂ। ਭਾਰਤ ਸਰਕਾਰ ਦੇ ਨੀਤੀ ਘਾੜਿਆਂ ਨੂੰ ਇਹਨਾਂ ਗੱਲਾਂ ਦੀ ਪੂਰੀ ਸੋਝੀ ਸੀ। ਇਸ ਦੇ ਬਾਵਜੂਦ ਫਿਰ ਵੀ ਜੇਕਰ ਭਾਰਤੀ ਹਾਕਮ ਸਿੱਖ ਸੰਘਰਸ਼ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੀ ਪਖੰਡੀ ਦੁਹਾਈ ਦਿੰਦੇ ਰਹੇ ਤਾਂ ਇਸ ਦੇ ਕਾਰਨ ਨਿਰੋਲ ਰਾਜਨੀਤਿਕ ਸਨ। ਇਹ ਸਭ ਚਾਣਕੀਆ ਕੂਟਨੀਤੀ ਦਾ ਜਲਵਾ ਸੀ। ਆਮ ਪ੍ਰਭਾਵ ਦੇ ਉਲਟ ਸੱਚਾਈ ਇਹ ਹੈ ਕਿ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਵੀ ਲਗਭਗ 2 ਸਾਲਾਂ ਤੀਕ ਪਾਕਿਸਤਾਨੀ ਹਾਕਮ ਹਰ ਕਦਮ ਬਹੁਤ ਹੀ ਫੂਕ ਕੇ ਪੁੱਟਦੇ ਰਹੇ ਸਨ। 1986 ਤੱਕ ਪਾਕਿਸਤਾਨ ਸਰਕਾਰ ਦੁਆਰਾ ਸਿੱਖ ਜੁਝਾਰੂਆਂ ਨੂੰ ਆਪਣੀ ਤਰਫੋਂ ਇੱਕ ਵੀ ਹਥਿਆਰ ਮੁਹੱਈਆ ਨਹੀਂ ਸੀ ਕੀਤਾ ਗਿਆ। ਉਦੋਂ ਤੱਕ ਸਿੱਖ ਜੁਝਾਰੂਆਂ ਨੇ ਵੱਧ ਆਪਣੀ ਹੀ ਹਿੰਮਤ ਤੇ ਪੈਸਿਆਂ ਦੇ ਜ਼ਰੀਏ ਸਮਗਲਰਾਂ ਦੇ ਸੋਮਿਆਂ ਰਾਹੀਂ ਹਥਿਆਰ ਖਰੀਦੇ ਤੇ ਪੰਜਾਬ ਅੰਦਰ ਪਹੁੰਚਦੇ ਕੀਤੇ। ਜੇਕਰ ਪਾਕਿਸਤਾਨ ਜਾਂ ਕੋਈ ਪੱਛਮੀ ਮੁਲਕ ਭਾਰਤ ਦੇ ਟੁਕੜੇ ਕਰਨ ਦੀ ਕਿਸੇ ਸਾਜ਼ਿਸ਼ ਉੱਤੇ ਸੱਚਮੁੱਚ ਵਿੱਚ ਹੀ ਅਮਲ ਕਰ ਰਿਹਾ ਹੁੰਦਾ ਤਾਂ ਉਹਨਾਂ ਸਿੱਖਾਂ ਦੇ ਸੰਘਰਸ਼ ਦੀ ਹਮਾਇਤ ਵੀ ਉਸੇ ਤਰ੍ਹਾਂ ਨਾਲ ਕੀਤੀ ਹੁੰਦੀ ਜਿਸ ਤਰ੍ਹਾਂ ਨਾਲ ਉਹ ਉਸ ਵੇਲੇ ਅਫਗਾਨੀਆਂ ਦੇ ਸੰਘਰਸ਼ ਦੀ ਕਰ ਰਹੇ ਸਨ, ਜਾਂ ਜਿਸ ਤਰ੍ਹਾਂ ਭਾਰਤੀ ਹਾਕਮਾਂ ਨੇ 1971 ਵਿੱਚ ਬੰਗਲਾਦੇਸ਼ ਦੇ ਲੋਕਾਂ ਦੀ ਕੀਤੀ ਸੀ। ਜੇਕਰ ਅਜਿਹਾ ਹੋਇਆ ਹੁੰਦਾ ਤਾਂ ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਭਾਰਤੀ ਉਪ ਮਹਾਦੀਪ ਦਾ ਰਾਜਸੀ ਨਕਸ਼ਾ ਹੁਣ ਨਾਲੋਂ ਬਹੁਤ ਹੀ ਵੱਖਰਾ ਹੋਣਾ ਸੀ। ਸਾਰ 80ਵਿਆਂ ਵਿੱਚ ਭਾਰਤ ਅੰਦਰ ਅਲੱਗ-ਅਲੱਗ ਰੂਪਾਂ ਵਿੱਚ ਪ੍ਰਗਟ ਹੋਏ ਖੇਤਰੀ ਉਭਾਰਾਂ ਨੇ ਭਾਰਤੀ ਹੁਕਮਰਾਨ ਵਰਗਾਂ ਸਾਹਮਣੇ ਇੱਕ ਗਹਿਰੀ ਤੇ ਸਾਂਝੀ ਚਿੰਤਾ ਖੜੀ ਕਰ ਦਿੱਤੀ ਸੀ। ਇਹ ਉਭਾਰ ਇੱਕੋ ਸਾਂਝੀ ਭਾਰਤੀ ਕੌਮ ਦੀ ਹਿੰਦੂਵਾਦੀ ਧਾਰਨਾ ਨੂੰ ਚੁਣੌਤੀ ਦਿੰਦੇ ਸਨ। ਇਹਨਾਂ ਚੋਂ ਭਾਰਤ ਦੇ ਇੱਕ ਬਹੁ ਕੌਮੀ, ਬਹੁਤ ਧਰਮੀ ਅਥਵਾ ਬਹੁਤ ਸੱਭਿਆਚਾਰੀ ਦੇਸ਼ ਹੋਣ ਦੇ ਸੱਚ ਦੀ ਗੂੰਜ ਪੈਂਦੀ ਸੀ। ਭਾਰਤ ਦਾ ਹਿੰਦੂ ਹੁਕਮਰਾਨ ਕੋੜਮਾ ਇਹ ਗੱਲ ਕਦਾਚਿਤ ਸਹਿਣ ਨਹੀਂ ਸੀ ਕਰ ਸਕਦਾ, ਕਿਉਂਕਿ 1947 ਵਿੱਚ ਉਹਨਾਂ ਠੀਕ ਇਸੇ ਗੱਲ ਉੱਤੇ ਹੀ ਮੁਸਲਿਮ ਲੀਗ ਨਾਲ ਕੋਈ ਵੀ ਸਮਝੌਤਾ ਨਾ ਕਰਨ ਦੀ ਜਿੱਦ ਅਪਣਾ ਕੇ ਦੇਸ਼ ਨੂੰ ਬਟਵਾਰੇ ਦੀ ਦਰਦਨਾਕ ਸਥਿਤੀ ਵੱਲ ਧੱਕ ਦਿੱਤਾ ਸੀ। 1947 ਵਿੱਚ ਭਾਰਤ ਰਾਜ ਦਾ ਅੰਗ ਬਣਨ ਨੂੰ ਤਰਜੀਹ ਦੇਣ ਵਾਲੇ ਧਾਰਮਿਕ ਅਤੇ ਸੱਭਿਆਚਾਰਕ ਵਰਗਾਂ ਉੱਤੇ ਭਾਰਤੀ ਰਾਜ ਨੇ ਇਹ ਅਣਐਲਾਨੀ ਸ਼ਰਤ ਮੜ੍ਹ ਦਿੱਤੀ ਸੀ ਕਿ ਭਾਰਤ ਅੰਦਰ ਰਹਿਣ ਲਈ ਉਹਨਾਂ ਨੂੰ ਇੱਕੋ ਸਾਂਝੀ ਭਾਰਤੀ ਕੌਮ ਦੀ ਧਾਰਨਾ ਨੂੰ ਸਿਧਾਂਤ ਤੇ ਅਮਲ ਦੀ ਪੱਧਰ ਤੇ ਪੂਰੀ ਸ਼ਰਧਾ ਤੇ ਅਧੀਨਗੀ ਨਾਲ ਪ੍ਰਵਾਨ ਕਰਕੇ ਚੱਲਣਾ ਪੈਣਾ ਸੀ। ਇਸ ਬਾਰੇ ਕਿਸੇ ਵੀ ਕਿਸਮ ਦੇ ਕਿੰਤੂ ਪਰੰਤੂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸੋ 80ਵਿਆਂ ਵਿੱਚ ਜਦ ਇਸ ਧਾਰਨਾ ਪ੍ਰਤੀ ਕੁਝ ਵਰਗਾਂ ਵੱਲੋਂ ਸ਼ੰਕੇ ਤੇ ਸਵਾਲ ਪ੍ਰਗਟਾਏ ਜਾਣ ਲੱਗੇ ਤਾਂ ਭਾਰਤ ਦੇ ਹਿੰਦੂ ਹੁਕਮਰਾਨ ਵਰਗਾਂ ਨੇ ਆਪਣੀ ਰਾਜ ਸ਼ਕਤੀ ਦੀ ਮਦਦ ਨਾਲ ਇਹਨਾਂ ਨੂੰ ਬੇਕਿਰਕੀ ਨਾਲ ਕੁਚਲ ਦੇਣ ਦਾ ਤਹਈਆ ਕਰ ਲਿਆ ਸੀ। ਉਹਨਾਂ ਨੇ ਭਾਰਤ ਅੰਦਰ ਕੌਮੀਅਤਾਂ ਦੇ ਸਵਾਲ ਦਾ ਪੱਕਾ ਤੇ ਅੰਤਿਮ ਨਿਬੇੜਾ ਕਰ ਦੇਣ ਦਾ ਮਨ ਬਣਾ ਲਿਆ ਸੀ, ਜਿਸ ਨੂੰ ਇੰਦਰਾ ਗਾਂਧੀ ਨੇ ਫੌਲਾਦੀ ਦ੍ਰਿੜਤਾ ਨਾਲ ਲਾਗੂ ਕਰਨ ਦਾ ਜ਼ਿੰਮਾ ਓਟ ਲਿਆ ਸੀ। ਜੁਲਾਈ 1984 ਵਿੱਚ ਲੋਕ ਸਭਾ ਅੰਦਰ ਕੌਮੀਅਤਾਂ ਦੇ ਮਸਲੇ ਤੇ ਹੋਈ ਬਹਿਸ ਦੌਰਾਨ ਇੰਦਰਾ ਗਾਂਧੀ ਵੱਲੋਂ ਪੂਰੇ ਧੜੱਲੇ ਨਾਲ ਲਈਆਂ ਗਈਆਂ 2 ਟੁਕ ਪੋਜੀਸ਼ਨਾਂ ਹਿੰਦੂ ਹੁਕਮਰਾਨ ਵਰਗਾਂ ਦੀ ਇਰਾਦਾ ਸ਼ਕਤੀ ਤੇ ਉਹਨਾਂ ਦੇ ਆਸ਼ਿਆਂ ਦੀ ਸੱਚੀ ਪੇਸ਼ਕਾਰੀ ਕਰਦੀਆਂ ਸਨ। ਭਾਵੇਂ ਕਿ ਭਾਰੂ ਹਿੰਦੂ ਵਸੋਂ ਵਾਲੇ ਕੁਝ ਖੇਤਰਾਂ ਅੰਦਰ ਵੀ ਆਪਣੀ ਵੱਖਰੀ ਸੱਭਿਆਚਾਰਕ ਪਛਾਣ ਦਾ ਜਜ਼ਬਾ ਪ੍ਰਗਟ ਹੋ ਰਿਹਾ ਸੀ, ਪਰੰਤੂ ਖੇਤਰੀ ਭਾਵਨਾਵਾਂ ਦਾ ਇਹ ਰੂਪ ਭਾਰਤੀ ਹੁਕਮਰਾਨ ਵਰਗਾਂ ਤੇ ਦੇਸ਼ ਦੀ ਆਮ ਹਿੰਦੂ ਜਨਤਾ ਦੇ ਮਨਾਂ ਅੰਦਰ ਵੱਡੇ ਤੌਖਲੇ ਤੇ ਡਰ ਪੈਦਾ ਨਹੀਂ ਸੀ ਕਰ ਰਿਹਾ, ਕਿਉਂਕਿ ਇਹ ਸਰਵ ਸਾਂਝੀ ਭਾਰਤੀ ਕੌਮ ਦੇ ਸੰਕਲਪ ਨੂੰ ਸਿੱਧੇ ਰੂਪ ਵਿੱਚ ਚੁਣੌਤੀ ਨਹੀਂ ਸੀ ਦਿੰਦਾ। ਇਸੇ ਤਰ੍ਹਾਂ ਭਾਰਤ ਦੇ ਉੱਤਰ ਪੂਰਬੀ ਰਾਜਾਂ ਅੰਦਰ 1947 ਦੇ ਵੇਲੇ ਤੋਂ ਹੀ ਵੱਖਵਾਦੀ ਭਾਵਨਾਵਾਂ ਦਾ ਜ਼ੋਰਦਾਰ ਪ੍ਰਗਟਾਵਾ ਹੁੰਦਾ ਆ ਰਿਹਾ ਹੈ, ਪਰੰਤੂ ਕਿਉਂਕਿ ਇਹ ਖੇਤਰ ਇਤਿਹਾਸ ਅੰਦਰ ਕਿਸੇ ਮੌਕੇ ਵੀ ਭਾਰਤ ਦੀ ਮੁੱਖ ਭੂਮੀ ਮੇਨ ਲੈਂਡ ਦਾ ਅੰਗ ਨਹੀਂ ਰਿਹਾ ਅਤੇ ਜਿਸ ਕਰਕੇ ਇੱਥੋਂ ਦੇ ਲੋਕਾਂ ਦੀ ਭਾਰਤ ਨਾਲ ਬਹੁਤੀ ਗੂੜੀ ਸਮਾਜਿਕ, ਸੱਭਿਆਚਾਰਕ ਤੇ ਭਾਵਨਾਤਮਕ ਸਾਂਝ ਪ੍ਰਫੁੱਲਤ ਨਹੀਂ ਹੋਈ। ਇਸ ਕਰਕੇ ਇਸ ਖੇਤਰ ਵਿੱਚ ਚੱਲ ਰਹੀਆਂ ਵੱਖਵਾਦੀ ਲਹਿਰਾਂ ਵਿਰੁੱਧ ਦੇਸ਼ ਦੇ ਹਿੰਦੂ ਵਰਗ ਅੰਦਰ ਰਾਸ਼ਟਰਵਾਦ ਦਾ ਫਤੂਰ ਪੈਦਾ ਨਹੀਂ ਹੁੰਦਾ। ਭਾਰਤੀ ਰਾਜ ਤੇ ਦੇਸ਼ ਦੀ ਹਿੰਦੂ ਜਨਤਾ ਨੇ ਇਸ ਨੂੰ ਇੱਕ ਸਹਿਣਯੋਗ ਬੁਰਾਈ ਵਜੋਂ ਪ੍ਰਵਾਨ ਕਰ ਲਿਆ ਹੋਇਆ ਹੈ, ਪਰ ਪੰਜਾਬ ਤੇ ਕਸ਼ਮੀਰ ਦਾ ਮਾਮਲਾ ਬਹੁਤ ਹੀ ਅਲੱਗ ਹੈ। ਇੱਕ ਤਾਂ ਹਿੰਦੂ ਵਰਗ ਦੀ ਸੂਝ ਦ੍ਰਿਸ਼ਟੀ ਵਿੱਚ ਇਹ ਰਾਜ ਭਾਰਤ ਦੀ ਮੁੱਖ ਭੂਮੀ ਦੇ ਅਟੁੱਟ ਅੰਗ ਹਨ, ਦੂਜਾ ਇਹ ਭਾਰਤ ਦੇ ਪਹਿਲੇ ਦਰਜੇ ਦੇ ਦੁਸ਼ਮਣ ਮੁਲਕ ਦੀਆਂ ਸਰਹੱਦਾਂ ਨੂੰ ਛੂੰਹਦੇ ਹਨ। ਇਸ ਕਰਕੇ ਇਹਨਾਂ ਰਾਜਾਂ ਅੰਦਰ ਵੱਖਵਾਦੀ ਵਿਚਾਰਾਂ ਤੇ ਜਜ਼ਬਿਆਂ ਨੂੰ ਭਾਰਤ ਰਾਜ ਤੇ ਹਿੰਦੂ ਵਰਗ ਵੱਲੋਂ ਕਿਸੇ ਵੀ ਸੂਰਤ ਤੇ ਕਿਸੇ ਵੀ ਸ਼ਕਲ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ। ਇਹਨਾਂ ਰਾਜਾਂ ਅੰਦਰ ਵੱਖਰੀ ਪਛਾਣ ਦੇ ਜਜ਼ਬੇ ਨੂੰ ਦੇਸ਼ ਨਾਲ ਧਰੋ ਤੋਂ ਘੱਟ ਨਹੀਂ ਸਮਝਿਆ ਜਾਂਦਾ। ਇਸ ਕਰਕੇ 80ਵਿਆਂ ਵਿੱਚ ਜਦ ਪੰਜਾਬ ਅੰਦਰ ਸਿੱਖਾਂ ਤੇ ਕਸ਼ਮੀਰ ਅੰਦਰ ਮੁਸਲਮਾਨਾਂ ਨੇ ਆਪੋ ਆਪਣੀ ਵੱਖਰੀ ਧਾਰਮਿਕ, ਸੱਭਿਆਚਾਰਕ ਪਛਾਣ ਤੇ ਹਸਤੀ ਦਾ ਦਾਅਵਾ ਜਤਾਉਣਾ ਸ਼ੁਰੂ ਕਰ ਦਿੱਤਾ ਤਾਂ ਭਾਰਤੀ ਰਾਜ ਤੇ ਦੇਸ਼ ਦੀ ਹਿੰਦੂ ਜਨਤਾ ਨੂੰ ਇਸ ਵਿੱਚੋਂ ਦੇਸ਼ ਲਈ ਗੰਭੀਰ ਖਤਰੇ ਦੇ ਝੋਲੇ ਪੈਣੇ ਸੁਭਾਵਿਕ ਸਨ। ਇਸ ਨਾਲ ਦੇਸ਼ ਅੰਦਰ ਭਾਰਤੀ ਉਰਫ ਹਿੰਦੂ ਰਾਸ਼ਟਰਵਾਦ ਦਾ ਫਤੂਰ ਪੈਦਾ ਕਰਨਾ ਭਾਰਤੀ ਹਾਕਮਾਂ ਲਈ ਬੇਹੱਦ ਆਸਾਨ ਹੋ ਗਿਆ ਸੀ। ਇਸ ਮੰਤਵ ਵਾਸਤੇ ਬਾਤਾਂ ਦੇ ਬਤੰਗੜ ਬਣਾਉਣ ਤੋਂ ਲੈ ਕੇ ਹਰ ਅਨੈਤਿਕ ਹਰਬਾ ਵਰਤਿਆ ਗਿਆ। ਵਿਦੇਸ਼ੀ ਖਤਰੇ ਦੀ ਪਖੰਡੀ ਬੂਹ ਦੁਹਾਈ ਦਿੱਤੀ ਗਈ। ਸਿੱਖ ਸੰਘਰਸ਼ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਝੂਠ ਪੂਰੀ ਨਿਰਲੱਜਤਾ ਨਾਲ ਬੋਲਿਆ ਗਿਆ ਅਤੇ ਵਿਦੇਸ਼ੀ ਸਾਜ਼ਿਸ਼ ਦੀਆਂ ਮਨਘੜਤ ਕਹਾਣੀਆਂ ਸੱਚ ਬਣਾ ਕੇ ਪੇਸ਼ ਕੀਤੀਆਂ ਗਈਆਂ। ਭਾਰਤੀ ਰਾਸ਼ਟਰਵਾਦ ਦੀਆਂ ਮੁਰੀਦ ਸਭਨਾਂ ਰਾਜਸੀ ਧਿਰਾਂ ਤੇ ਪਾਰਟੀਆਂ ਨੇ ਝੂਠ ਤੇ ਵਹਿਸ਼ਤ ਦੇ ਇਸ ਮਹਾਯੱਗ ਵਿੱਚ ਭਰਵਾਂ ਯੋਗਦਾਨ ਪਾਇਆ, ਜਿੱਥੇ ਖੱਬੀਆਂ ਪਾਰਟੀਆਂ ਨੇ ਸਾਮਰਾਜੀ ਸਾਜ਼ਿਸ਼ ਦਾ ਸ਼ੋਰ ਪਾ ਕੇ ਅਤੇ ਇਸ ਦੇ ਪੰਜਾਬ ਅੰਦਰ ਫੈਲੇ ਕਥਿਤ ਤਾਣੇ ਬਾਣੇ ਦੀਆਂ ਝੂਠੀਆਂ ਕਹਾਣੀਆਂ ਧੁਮਾ ਕੇ ਸਿੱਖ ਸੰਘਰਸ਼ ਉੱਤੇ ਖੂਨੀ ਹੱਲਾ ਬੋਲਣ ਲਈ ਸਾਜ਼ਗਾਰ ਮਾਹੌਲ ਸਿਰਜਣ ਵਿੱਚ ਭਾਰਤੀ ਹਾਕਮਾਂ ਦਾ ਸਰਗਰਮੀ ਤੇ ਬੇਸ਼ਰਮੀ ਨਾਲ ਹੱਥ ਵਟਾਇਆ, ਉੱਥੇ ਹਿੰਦੂ ਕੱਟੜਪੰਥੀ ਤਾਕਤਾਂ ਨੇ ਸਿੱਖਾਂ ਦੀ ਹਿੰਦੂਵਾਦ ਦੇ ਚੁੰਗਲ ਚੋਂ ਨਿਕਲਣ ਦੀ ਗੁਸਤਾਖ ਕੋਸ਼ਿਸ਼ ਨੂੰ ਪੂਰੀ ਬੇਰਹਿਮੀ ਨਾਲ ਕੁਚਲ ਦੇਣ ਅਤੇ ਇਸ ਤਰ੍ਹਾਂ ਭਾਰਤ ਦੇ ਸਭਨਾਂ ਗੈਰ ਹਿੰਦੂ ਵਰਗਾਂ ਨੂੰ ਇੱਕ ਤਾੜਵੀਂ ਸੁਣਵਾਈ ਕਰ ਦੇਣ ਲਈ ਭਾਰਤ ਰਾਜ ਨੂੰ ਆਪਣੇ ਅਸਲੀ ਹਿੰਦੂ ਰੰਗ ਵਿੱਚ ਪ੍ਰਗਟ ਹੋਣ ਲਈ ਹੱਲਾਸ਼ੇਰੀ ਦਿੱਤੀ। ਸੋ ਸ਼੍ਰੀ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਹਮਲਾ ਹਿੰਦੂ ਰਾਜ ਸ਼ਕਤੀ ਦਾ ਨਿਰਦਈ ਅਤੇ ਗਰੂਰ ਭਰਿਆ ਪ੍ਰਗਟਾਵਾ ਸੀ, ਜਿਸ ਦਾ ਮਨੋਰਥ ਹਿੰਦੂ ਦਹਿਸ਼ਤ ਦੇ ਬਲਬੂਤੇ ਦੇਸ਼ ਅੰਦਰ ਕੌਮੀਅਤਾਂ ਦੇ ਸਵਾਲ ਦਾ ਅੰਤਿਮ ਨਿਬੇੜਾ ਕਰਨਾ ਸੀ। ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਨੂੰ, ਇਸ ਅਮਲ ਦੌਰਾਨ ਦੇਸ਼ ਦੀਆਂ ਅਲੱਗ-ਅਲੱਗ ਰਾਜਸੀ ਤਾਕਤਾਂ ਦੇ ਰੋਲ ਨੂੰ ਅਤੇ ਹਮਲੇ ਉਪਰੰਤ ਪ੍ਰਗਟ ਹੋਏ ਅਲੱਗ-ਅਲੱਗ ਰਾਜਸੀ ਰੁਝਾਨਾਂ ਤੇ ਵਰਤਾਰਿਆਂ ਨੂੰ ਇਸ ਰੌਸ਼ਨੀ ਵਿੱਚ ਹੀ ਵੱਧ ਠੀਕ ਤੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 135 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।